ਗੁਰਮੀਤ ਰਾਮ ਰਹੀਮ ਦਾ ਇਹ ਕੌੜਮ ਭਾਜਪਾ ਦੇ ਵਿੱਚ ਸ਼ਾਮਲ ਹੋਇਆ। ਉਸ ਦਿਨ ਹੀ ਇੱਕ ਸੱਜਣ ਨੇ ਇਹ ਗੱਲ ਕੀਤੀ ਸੀ ਵੀ ਇਹਦੇ ਪਿੱਛੇ ਕੋਈ ਕਹਾਣੀ ਜ਼ਰੂਰ ਨਿਕਲੂ। ਕਦੇ ਵੀ ਤੁਸੀਂ ਇਹ ਖਬਰ ਨਹੀਂ ਪੜ੍ਹੀ ਹੋਣੀ ਕਿ ਮੌੜ ਮੰਡੀ ਬੰਬ ਕਾਂਡ ਦੀ ਜਾਂਚ ਵਿੱਚ ਹੁਣ ਆ ਹੋਏ, ਨਾ ਕਦੇ ਤੁਸੀਂ ਇਹ ਖਬਰ ਪੜ੍ਹੀ ਹੋਣੀ ਆ ਵੀ ਬੇਅਦਬੀ ਕਾਂਡ ਜਿਹੜਾ ਫਲਾਣੇ ਪਿੰਡ ਹੋਇਆ ਸੀ ਉਹਦੇ ਦੋਸਤ ਨੂੰ ਜਿਹਨੂੰ ਫੜ ਕੇ ਉਦੋਂ ਅੰਦਰ ਕੀਤਾ ਸੀ ਉਹਦਾ ਕੀ ਬਣਿਆ। ਕਤਲ ਦੇ ਕੇਸ ਵਿੱਚ ਡੇਰਾ ਮੁਖੀ ਨੂੰ ਸਜ਼ਾ ਹੋਈ ਸੀ। ਉਹ ਸਾਰੇ ਦੇ ਸਾਰੇ ਜਿਹੜੇ ਡੇਰਾ ਮੁਖੀ ਦੇ ਨਾਲ 5 ਜਾਣੇ ਸੀ ਉਹ ਬਰੀ ਕਰਤੇ ਆ ਹਾਈ ਕੋਰਟ ਨੇ। ਜਿਹੜਾ CBI ਦੀ ਕੋਰਟ ਨੇ ਫੈਸਲਾ ਕੀਤਾ ਸੀ ਉਹ ਫੈਸਲਾ ਪਲਟਾ ਦਿੱਤਾ ਗਿਆ। ਇਹ ਗੱਲ ਇੱਕ ਆਪਣੇ ਆਪ ਦੇ ਵਿੱਚ ਡੇਰਾ ਸਰਸੇ ਦੇ ਸਮਰਥਕਾਂ ਨੂੰ ਸੁਨੇਹਾ ਦੇ ਦਿੱਤਾ ਗਿਆ ਕਿ ਤੁਸੀਂ ਭਾਈ ਵੋਟਾਂ ਕਿਹਨੂੰ ਪਾਉਣੀਆਂ ਨੇ। ਜਿਹੜੇ ਭਾਜਪਾ ਵਾਲਿਆਂ ਨੇ ਕਿਹਾ ਸੀਗਾ ਕਿ ਜੀ ਦੇਖੋ ਅਸੀਂ ਜਿਹੜੇ 84 ਦੇ ਸੀਗੇ ਦੋਸ਼ੀ ਉਹਨਾਂ ਦੇ ਉੱਤੇ ਕਾਰਵਾਈ ਕਰਵਾਈ ਆ ਤੇ ਕਾਂਗਰਸ ਵਾਲਿਆਂ ਨੇ ਬਚਾਇਆ ਸੀ। ਅਸੀਂ ਉਦੋਂ ਵੀ ਇਹੀ ਕਿਹਾ ਸੀ ਕਿ ਇਹਦਾ ਮਤਲਬ ਇਹ ਆ ਵੀ ਜਿਹੜਾ ਸਾਨੂੰ ਪਾਠ ਪੜ੍ਹਾਇਆ ਜਾਂਦਾ, ਲੋਕਾਂ ਨੂੰ ਉੱਲੂ ਬਣਾਇਆ ਜਾਂਦਾ ਕਿ ਭਾਰਤ ਵਿੱਚ ਕਾਨੂੰਨ ਦਾ ਰਾਜ ਆ ਤੇ ਇੱਥੇ ਅਦਾਲਤਾਂ ਇੰਡੀਪੈਂਡੈਂਟ ਫੈਸਲੇ ਕਰਦੀਆਂ ਨੇ, ਉਹ ਗੱਲ ਤਾਂ ਫਿਰ ਸਪਸ਼ਟ ਹੋ ਗਈ ਨਾ। ਭਾਜਪਾ ਵਾਲਿਆਂ ਨੇ ਕਹਿਤਾ ਨਾ, ਜੇ ਭਾਜਪਾ ਹੁਣ ਇਹ ਦਾਅਵਾ ਕਰਦੀ ਆ ਕਿ ਫਿਰ ਜਦੋਂ ਅਸੀਂ ਸੱਤਾ ਤੇ ਆਏ ਤੇ ਅਸੀਂ ਦੇਖੋ ਜੀ ਫਲਾਣੇ ਮਾਮਲੇ ਵਿੱਚ ਦੋਸ਼ੀਆਂ ਦੇ ਖਿਲਾਫ ਕਾਰਵਾਈ ਕਰਵਾਈ, ਇਹਦਾ ਮਤਲਬ ਤੁਸੀਂ ਫਿਰ ਦਖਲਅੰਦਾਜ਼ੀ ਕਰਕੇ ਉਹ ਕਾਰਵਾਈ ਕਰਾਉਣ ਜੋਗੇ ਸੀ। ਰਿਜ਼ਲਟ ਤਾਂ ਇਹੀ ਨਿਕਲਦਾ ਨਾ ਕਿ ਭਾਰਤੀ ਨਿਆਇਕ ਸਿਸਟਮ ਕੋਈ ਇੰਡੀਪੈਂਡੈਂਟ ਕੰਮ ਨਹੀਂ ਹੈ। ਇਹ ਤਾਂ ਸਿਆਸੀ ਦਲਾਂ ਦਾ ਜਾਂ ਸਰਕਾਰਾਂ ਦਾ ਜਾਂ ਸਿਆਸੀ ਭਲਵਾਨਾਂ ਦਾ ਹੈ ਕਿ ਉਹ ਕਿੱਧਰ ਨੂੰ ਗੱਲ ਲੈ ਕੇ ਜਾਣੀ ਚਾਹੁੰਦੇ ਆ। ਸੁਪਰੀਮ ਕੋਰਟ ਦਾ ਜੱਜ ਸੀ ਜਿਹੜਾ ਫਿਰ ਰਿਟਾਇਰ ਹੋਣ ਸਾਰ ਰਾਜ ਸਭਾ ਦਾ ਮੈਂਬਰ ਬਣਾਤਾ BJP ਨੇ। ਕਿਉਂ ਬਣਾਇਆ? ਕਿਉਂਕਿ ਉਹਨੇ ਜਿੰਨਾ ਟਾਈਮ ਕੁਰਸੀ ਤੇ ਬੈਠਾ ਰਿਹਾ ਉਹਨੇ BJP ਦੇ ਹਿਸਾਬ ਨਾਲ ਫੈਸਲੇ ਕੀਤੇ। ਕਿ ਮੁਲਕ ਦੇ ਸਿਸਟਮ ਨੇ ਇਹ ਗੱਲ ਸਾਰੇ ਜਿਹੜਾ ਇਹ ਨਿਜ਼ਾਮ ਆ ਉਹਦੇ ਕੱਲ ਪੁਰਜੇ ਆ DC SSP SDM ਜੱਜ ਵਗੈਰਾ, ਉਹਨਾਂ ਨੂੰ ਇਹ ਗੱਲ ਉਹਦੇ ਖਾਨੇ ਪਾਤੀ ਵੀ ਜੇ ਤਾਂ ਤੁਸੀਂ ਹਿੰਦੂਆਂ ਦੇ ਹਿੱਤ ਵਿੱਚ ਗੱਲ ਕਰੋਗੇ ਫੇਰ ਤਾਂ ਨਜ਼ਾਰੇ ਲਓਗੇ, ਨਹੀਂ ਫਿਰ ਜੁੱਤੀਆਂ ਪੈਣਗੀਆਂ। ਅਸਲ ਵਿੱਚ ਤਾਂ ਮੁਲਕ ਦਾ ਸਾਰਾ ਨਿਜ਼ਾਮ ਜਿਹੜਾ ਹੈ ਉਹ ਹਿੰਦੂਆਂ ਦੇ ਹਿਸਾਬ ਨਾਲ ਚੱਲਦਾ। ਐਵੇਂ ਪਿੱਟੀ ਜਾਂਦੇ ਆ ਵੀ ਅਸੀਂ ਹਿੰਦੂ ਰਾਸ਼ਟਰ ਬਣਾਉਣਾ, ਹੁਣ ਕਸਰ ਕਿਹੜੀ ਰਹਿ ਗਈ ਆ। ਇਹ ਨਹੀਂ ਆਪਾਂ ਕਹਦੇ ਕਿ ਹਿੰਦੂਆਂ ਦੀ ਸੁਣਵਾਈ ਨਹੀਂ ਹੋਣੀ ਚਾਹੀਦੀ, ਪਰ ਹਿੰਦੂ ਕੱਟੜਵਾਦ ਨੂੰ ਇਸ ਤਰੀਕੇ ਨਾਲ ਹੁਲਾਰਾ ਦਿੱਤਾ ਜਾਂਦਾ ਹੈ ਕਿ ਬਾਕੀ ਭਾਰਤੀ ਘੱਟ ਗਿਣਤੀਆਂ ਦੇ ਦਿਲਾਂ ਵਿੱਚ ਦਹਿਸ਼ਤ ਪੈ ਗਈ। TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਿਹਾ ਹੈ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਇੱਕ ਵਾਰੀ ਫੇਰ ਸਰਸੇ ਵਾਲੇ ਡੇਰੇ ਦੀ ਸੌਦੇਬਾਜ਼ੀ ਸਿਰੇ ਚੜ ਗਈ ਆ। ਕੱਲ ਪਰਸੋਂ ਹੀ ਖਬਰ ਆਈ ਸੀਗੀ ਵੀ ਡੇਰਾ ਸਰਸੇ ਦੇ ਮੁਖੀ ਗੁਰਮੀਤ ਰਾਮ ਰਹੀਮ ਦਾ ਜਿਹੜਾ ਕੌੜਮ ਆ ਉਹ ਕਾਂਗਰਸ ਛੱਡ ਕੇ ਭਾਜਪਾ ਦੇ ਵਿੱਚ ਸ਼ਾਮਲ ਹੋ ਗਏ। ਇਹ ਜਿਹੜਾ ਕੌੜਮ ਆ ਇਹਦਾ ਨਾਮ ਹੈਗਾ ਹਰਮਿੰਦਰ ਜੱਸੀ। ਤੇ ਇਸ ਕੌੜਮ ਦਾ ਪਹਿਲੇ ਦਿਨ ਤੋਂ ਹੀ ਕਾਫੀ ਰੌਲਾ ਰੱਪਾ ਪੈਂਦਾ ਰਿਹਾ। ਉਹ ਜਦੋਂ ਡੇਰਾ ਸਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਦਾ ਇਹ ਕੌੜਮ ਭਾਜਪਾ ਦੇ ਵਿੱਚ ਸ਼ਾਮਲ ਹੋਇਆ, ਉਸ ਦਿਨ ਹੀ ਇੱਕ ਸੱਜਣ ਨੇ ਇਹ ਗੱਲ ਕੀਤੀ ਸੀ ਵੀ ਇਹਦੇ ਪਿੱਛੇ ਕੋਈ ਕਹਾਣੀ ਜ਼ਰੂਰ ਨਿਕਲੂਗੀ। ਇਹ ਐਵੇਂ ਨਹੀਂ ਹੋਇਆ, ਕਿਉਂਕਿ ਇਹ ਆਪਾਂ ਨੂੰ ਸਭ ਨੂੰ ਪਤਾ ਕਿ ਜਦੋਂ ਪਿਛਲੀ ਵਾਰ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਸੀ ਉਦੋਂ ਮੌੜ ਮੰਡੀ ਦੇ ਵਿੱਚ ਇੱਕ ਬਹੁਤ ਵੱਡਾ ਬੰਬ ਧਮਾਕਾ ਹੋਇਆ ਸੀ ਤੇ ਉਸ ਬੰਬ ਧਮਾਕੇ ਦੀਆਂ ਤਾਰਾਂ ਡੇਰਾ ਸਰਸਾ ਦੇ ਨਾਲ ਜੁੜਦੀਆਂ ਸੀ। ਉਹ ਜਿਹੜੀ ਕਾਰ ਸੀ, ਕਾਰ ਦਾ ਡਰਾਈਵਰ ਸੀ, ਹੋਰ ਨੱਲੜ ਪੱਲੜ ਸਾਰਾ ਡੇਰਾ ਸਰਸੇ ਵਾਲੇ ਦਾ ਤਾਮਝਾਮ ਸੀ। ਇਹ ਉਸ ਡੇਰਾ ਸਰਸਾ ਨਾਲ ਕਾਂਡ ਦਾ ਜੁੜਨ ਤੋਂ ਬਾਅਦ ਸਾਰੀ ਜਾਂਚ ਰੁਕ ਗਈ। ਜਿਵੇਂ ਪੰਜਾਬ ਦੇ ਵਿੱਚ ਜਦੋਂ ਵੀ ਕਿਤੇ ਬੇਅਦਬੀ ਕਰਨ ਵਾਲਾ ਕੋਈ ਪਾਪੀ ਫੜ ਲਿਆ ਜਾਂਦਾ ਹੈ ਉਦੋਂ ਬਾਅਦ ਵਿੱਚ ਜਾਂਚ ਰੁਕ ਜਾਂਦੀ ਆ। ਪੁਲਿਸ ਅਧਿਕਾਰੀ ਇਹ ਕਹਿ ਕੇ FIR ਦਰਜ ਕਰਦੇ ਆ ਕਿ ਜਿਹੜਾ ਬੰਦਾ ਫੜਿਆ ਇਹ ਦਿਮਾਗੀ ਤੌਰ ਤੇ ਠੀਕ ਨਹੀਂ। ਲੋਕ ਪਿੱਟ ਕੇ ਮਰ ਜਾਂਦੇ ਆ ਕਿ ਇਹਦਾ ਅੱਗਾ ਪਿੱਛਾ ਫੋਲੋ, ਇਹਨੂੰ ਕਿਹਨੇ ਭੇਜਿਆ, ਇਹਨੂੰ ਕਿਹਨੇ ਪੈਸੇ ਦਿੱਤੇ, ਕਿਹੜਾ ਇੱਥੇ ਛੱਡ ਕੇ ਗਿਆ। ਪਰ ਪੁਲਿਸ ਵਾਲੇ ਕਹਿ ਦਿੰਦੇ ਨੇ ਕਿ ਇਹ ਤਾਂ ਜੀ ਪਾਗਲ ਆ। ਉਹਦੀ 4-5 ਮਹੀਨਿਆਂ ਬਾਅਦ
ਜ਼ਮਾਨਤ ਹੋ ਜਾਂਦੀ ਆ, ਫਿਰ ਉਹ ਪਾਪੀ ਜਿਹੜਾ ਹੈ ਉਹ ਇੱਥੇ ਤੁਰਿਆ ਤਰਿਆ ਫਿਰਦਾ, ਕਿਉਂਕਿ ਮੁੜ ਕੇ ਸਾਰੇ ਮੀਡੀਆ ਦੇ ਵਿੱਚ ਕਦੇ ਕੋਈ ਖਬਰ ਨਹੀਂ ਲੱਗਦੀ। ਆਪਾਂ ਕਦੇ ਦੇਖਿਆ ਵੀ ਡੇਰਾ ਸਰਸਾ ਦੇ ਬਾਗ ਜਿਵੇਂ ਮੌੜ ਮੰਡੀ ਬੰਬ ਕਾਂਡ ਦੀ ਕੋਈ ਖਬਰ ਮੁੜ ਕੇ ਨਹੀਂ ਲੱਗਦੀ। ਕਦੇ ਕਦਾਈ ਕੋਈ ਆਜ਼ਾਦ ਪੱਤਰਕਾਰਤਾ ਵਾਲਾ ਬੰਦਾ ਚੂੰ ਚਾਹ ਜੀ ਕਰ ਛੱਡਦਾ, ਪਰ ਸਾਰੇ ਮੀਡੀਆ ਨੇ ਕਿਉਂ ਇਸ ਖਬਰ ਨੂੰ ਦੱਬਿਆ ਹੋਇਆ? ਕਿਤੋਂ ਤਾਰਾਂ ਹਿੱਲਦੀਆਂ ਨੇ ਨਾ ਵੀ ਤੁਸੀਂ ਇਹ ਖਬਰ ਨਹੀਂ ਲਾਉਣੀ। ਕੋਈ ਹੈਗਾ ਨਾ ਜਿਹੜਾ ਹਰੇਕ ਅਖਬਾਰ ਦੀ ਜਿਹੜੀ ਐਡੀਟਰ ਵਾਲੀ ਸੀਟ ਆ ਉਹਦੇ ਉੱਤੇ ਇਹ ਗੱਲ ਪੂਰੀ ਤਰ੍ਹਾਂ ਕਹਿ ਕੇ ਆਇਆ ਹੋਇਆ ਕਿ ਮੌੜ ਮੰਡੀ ਬੰਬ ਕਾਂਡ ਦੇ ਤਾਰ ਜੁੜਦੇ ਆ ਡੇਰਾ ਸਰਸਾ ਨਾਲ, ਉਹਦੀ ਕਦੇ ਗੱਲ ਨਹੀਂ ਛੇੜਨੀ। ਐਵੇਂ ਹੀ ਇਹ ਗੱਲ ਆ ਕਿ ਬੇਅਦਬੀ ਵਾਲਾ ਜਦੋਂ ਵੀ ਕਿਤੇ ਫੜਿਆ ਜਾਵੇ ਉਹਦੀ ਖਬਰ ਦੇ ਮਗਰਲੀ ਖਬਰ ਵੀ ਅੱਜ ਉਹਦਾ ਆ ਹੋ ਗਿਆ, ਜਿਵੇਂ ਆਮ ਕਾਂਡਾਂ 'ਚ ਹੁੰਦਾ। ਖਾਸ ਤੌਰ ਦੇ ਉੱਤੇ ਜਦੋਂ ਮੈਂ ਆਪਦੇ ਜੀਵਨ ਦੇ ਉੱਤੇ ਨਜ਼ਰ ਮਾਰਦਾ, ਇੱਕ ਵਾਰੀ ਜਦੋਂ ਸ਼ਿੰਗਾਰ ਸਿਨੇਮਾ ਬੰਬ ਕਾਂਡ ਵਾਲੇ ਕਾਂਡ 'ਚ ਸਾਨੂੰ ਫਸਾਇਆ, ਲਗਾਤਾਰ ਖਬਰਾਂ ਉਦੋਂ ਤਾਂ ਲੱਗਣੀਆਂ ਸੀ, ਬਾਅਦ ਵਿੱਚ ਵੀ ਅੱਜ ਉਹ ਤਰੀਕ ਤੇ ਆਏ ਸੀ, ਅੱਜ ਉਹਦਾ ਵਾਹ ਹੋ ਗਿਆ, ਅੱਜ ਉਹਦਾ ਐ ਹੋ ਗਿਆ। ਸਾਡਾ ਸਾਰਿਆਂ ਦਾ ਕਿਸੇ ਨਾ ਕਿਸੇ ਤਰੀਕੇ ਨਾਲ ਅਖਬਾਰਾਂ 'ਚ ਮੀਡੀਆ 'ਚ ਚਰਚਾ ਚਲਾਈ ਰੱਖਿਆ। ਜਿੱਦਣ ਹੋ ਗਏ ਬਰੀ, ਉਹ ਜਿਹੜੀਆਂ ਖਬਰਾਂ ਸੀ ਉਹ ਅੰਦਰਲੇ ਪਾਸੇ ਲੁਕੋ ਕੇ ਜੇ ਨਿੱਕੀਆਂ ਜਿਹੀਆਂ ਕਰਕੇ ਲਾਤੀਆਂ ਵੀ ਬੰਦੇ ਬਰੀ ਹੋ ਗਏ। ਜਦੋਂ ਦਾ ਕਰਨਾ ਸੀ ਬਦਨਾਮ, ਉਦੋਂ ਫਰੰਟ ਪੇਜ ਤੇ ਖਬਰਾਂ, ਤੇ ਜਿੱਦਣ ਬਰੀ ਹੋ ਗਏ ਉਦੋਂ ਨਿੱਕੀ ਜੀ ਲੁਕੋ ਕੇ ਜੇ ਖਬਰ ਲਾਤੀ। ਐਵੇਂ ਹੀ ਹੋਰ ਮਾਮਲਿਆਂ 'ਚ ਦੇਖੀਦਾ। ਪਰ ਜਦੋਂ ਉਹਨੇ ਆ ਇਹਨਾਂ ਦੀ ਡੇਰੇ ਸਰਸੇ ਵਾਲਿਆਂ ਦੀਆਂ ਖਬਰਾਂ ਬਾਰੇ ਜਾਂ ਬੇਅਦਬੀ ਕਾਂਡ ਵਿੱਚ ਉਹਨਾਂ ਦੀਆਂ ਖਬਰਾਂ ਦਾ ਫਾਲੋ ਅਪ, ਇੱਕ ਅੱਖਰ ਆ ਮੀਡੀਆ 'ਚ ਫਾਲੋ ਅਪ ਹੁੰਦਾ ਕਿ ਬਾਅਦ ਵਿੱਚ ਯਾਰ ਕੀ ਬਣੇ। ਕਦੇ ਵੀ ਤੁਸੀਂ ਇਹ ਖਬਰ ਨਹੀਂ ਪੜ੍ਹੀ ਹੋਣੀ ਕਿ ਮੌੜ ਮੰਡੀ ਬੰਬ ਕਾਂਡ ਦੀ ਜਾਂਚ ਵਿੱਚ ਹੁਣ ਆ ਹੋਇਆ, ਨਾ ਕਦੇ ਤੁਸੀਂ ਇਹ ਖਬਰ ਪੜ੍ਹੀ ਹੋਣੀ ਆ ਬਈ ਬੇਅਦਬੀ ਕਾਂਡ ਜਿਹੜਾ ਫਲਾਣੇ ਪਿੰਡ ਹੋਇਆ ਸੀ ਉਹਦੇ ਦੋਸਤ ਨੂੰ ਜਿਹਨੂੰ ਫੜ ਕੇ ਉਦੋਂ ਅੰਦਰ ਕੀਤਾ ਸੀ ਉਹਦਾ ਕੀ ਬਣਿਆ। ਸੋ ਇਸ ਤਰੀਕੇ ਨਾਲ ਹੋਰ ਵੀ ਬਹੁਤ ਸਾਰੇ ਚੱਲ ਰਹੇ ਆ ਪ੍ਰੋਗਰਾਮ ਜਿਹਦੇ ਤਹਿਤ ਬਾਅਦ ਵਿੱਚ ਉਹ ਸਾਰੀ ਗੱਲ ਨੂੰ ਭੁਲਾਉਣ ਦੇ ਉੱਤੇ ਵੀ ਪੂਰੀ ਮਿਹਨਤ ਕੀਤੀ ਜਾਂਦੀ ਆ। ਉਹਨਾਂ ਮੁੱਦਿਆਂ ਦੇ ਉੱਤੇ, ਉਹਨਾਂ ਮਸਲਿਆਂ ਦੇ ਉੱਤੇ ਜੇ ਚਰਚਾ ਛਿੜਦੀ ਰਹੂਗੀ ਫਿਰ ਲੋਕਾਂ ਨੂੰ ਚੇਤਾ ਆਉਂਦਾ ਰਹੂ। ਸੋ ਸਟੇਟ ਚਾਹੁੰਦੀ ਆ ਕਿ ਅਸੀਂ ਦੱਸਾਂਗੇ ਤੁਸੀਂ ਕੀ ਸੋਚਣਾ। ਉਹ ਅੱਜ ਦੀ ਤਰੀਕ ਵਿੱਚ ਉਹਨਾਂ ਨੇ ਫਿਰ ਸੌਦਾ ਮਾਰ ਲਿਆ ਭਾਜਪਾ ਵਾਲਿਆਂ ਨੇ। ਫਾਇਦਾ ਤਾਂ ਲਾਹਾ ਤਾਂ ਡੇਰਾ ਸਰਸਾ ਦਾ ਬਾਦਲ ਦਲੀਆਂ ਨੇ ਵੀ ਬੜਾ ਲਿਆ, ਪਰ ਹੁਣ ਬੀਜੇਪੀ ਨਾਲ ਕੀ ਸੌਦਾ ਨਿਬੜਿਆ ਇਹ ਗੱਲ ਹੌਲੀ ਹੌਲੀ ਸਾਹਮਣੇ ਆਊਗੀ। ਪਰ ਅੱਜ ਖਬਰ ਇਹ ਆਈ ਆ ਕਿ ਡੇਰਾ ਸਰਸੇ ਦੇ ਮੁਖੀ ਨੂੰ ਜਿਹੜਾ CBI ਦੀ ਕੋਰਟ ਨੇ ਸਜ਼ਾ ਸੁਣਾਈ ਸੀ, ਕਿਉਂਕਿ ਇੱਕ ਡੇਰਾ ਪ੍ਰਬੰਧਕ ਰਣਜੀਤ ਸਿੰਘ ਦਾ ਕਤਲ ਹੋਇਆ ਸੀ, ਉਸ ਕਤਲ ਦੇ ਕੇਸ ਵਿੱਚ ਡੇਰਾ ਮੁਖੀ ਨੂੰ ਸਜ਼ਾ ਹੋਈ ਸੀ। ਉਹ ਸਾਰੇ ਦੇ ਸਾਰੇ ਜਿਹੜੇ ਡੇਰਾ ਮੁਖੀ ਦੇ ਨਾਲ 5 ਜਾਣੇ ਸੀ ਉਹ ਬਰੀ ਕਰਤੇ ਆ ਹਾਈ ਕੋਰਟ ਨੇ। ਜਿਹੜਾ CBI ਦੀ ਕੋਰਟ ਨੇ ਫੈਸਲਾ ਕੀਤਾ ਸੀ ਉਹ ਫੈਸਲਾ ਪਲਟਾ ਦਿੱਤਾ ਗਿਆ। ਇਹ ਗੱਲ ਵੱਖਰੀ ਆ ਕਿ ਹੁਣ ਇਸ ਫੈਸਲੇ ਨੂੰ ਉੱਪਰਲੀ ਅਦਾਲਤ ਵਿੱਚ ਸੁਪਰੀਮ ਕੋਰਟ ਵਿੱਚ ਚੈਲੰਜ ਕੀਤਾ ਜਾਊਗਾ। ਪਰ ਇਹ ਗੱਲ ਇੱਕ ਆਪਣੇ ਆਪ ਦੇ ਵਿੱਚ ਡੇਰਾ ਸਰਸੇ ਦੇ ਸਮਰਥਕਾਂ ਨੂੰ ਸੁਨੇਹਾ ਦੇ ਦਿੱਤਾ ਗਿਆ ਕਿ ਤੁਸੀਂ ਭਾਈ ਵੋਟਾਂ ਕਿਹਨੂੰ ਪਾਉਣੀਆਂ ਨੇ। ਜਿਹਨੇ ਤੁਹਾਡੇ ਡੇਰਾ ਸਰਸਾ ਦਾ ਮੁਖੀ ਜਿਹੜਾ ਹੈ ਉਹ ਵੋਟਾਂ ਜਿਹੜੀਆਂ ਲੋਕ ਸਭਾ ਦੀਆਂ ਵੋਟਾਂ ਨੇ ਇਦੋਂ 2-3 ਦਿਨ ਪਹਿਲਾਂ ਉਥੋਂ ਉਹਦੇ ਹੱਕ 'ਚ ਫੈਸਲਾ ਕਰਵਾਇਆ। ਜਿਹੜੇ ਕਹਿੰਦੇ ਆ ਕਿ ਏਦਾਂ ਨਹੀਂ ਹੁੰਦਾ ਵੀ ਅਦਾਲਤਾਂ ਦੇ ਵਿੱਚ ਕੋਈ ਸਰਕਾਰ ਜਾਂ ਕੋਈ ਪਾਰਟੀ ਸਿਆਸੀ ਜਾਂ ਕੋਈ ਲੀਡਰ ਉਹ ਆਪਦੇ ਹਿਸਾਬ ਨਾਲ ਫੈਸਲੇ ਨਹੀਂ ਕਰਵਾ ਸਕਦਾ, ਤਾਂ ਮੈਂ ਇੰਨੀ ਕੁ ਗੱਲ ਹੀ ਕਹਿਣਾ ਚਾਹੁੰਦਾ ਵੀ ਕੱਲ ਜਾਂ ਪਰਸੋਂ ਦੇ ਪੰਜਾਬੀ ਟ੍ਰਿਬਿਊਨ ਦੇ ਅਖਬਾਰ ਦੇ ਉੱਤੇ ਇਸੇ ਤਰੀਕੇ ਦੀ ਇੱਕ ਖਬਰ ਛਪੀ ਬਈ ਜਿਹੜੇ ਭਾਜਪਾ ਵਾਲਿਆਂ ਨੇ ਕਿਹਾ ਸੀਗਾ ਕਿ ਜੀ ਦੇਖੋ ਅਸੀਂ ਜਿਹੜੇ 84 ਦੇ ਸੀਗੇ ਦੋਸ਼ੀ ਉਹਨਾਂ ਦੇ ਉੱਤੇ ਕਾਰਵਾਈ ਕਰਵਾਈ ਆ ਤੇ ਕਾਂਗਰਸ ਵਾਲਿਆਂ ਨੇ ਬਚਾਇਆ ਸੀ। ਅਸੀਂ ਉਦੋਂ ਵੀ ਇਹੀ ਕਿਹਾ ਸੀਗਾ, ਮੈਂ ਖੁਦ ਉਸ ਗੱਲ ਦੇ ਉੱਤੇ ਚਰਚਾ ਕੀਤੀ ਆ ਕਿ ਇਹਦਾ ਮਤਲਬ ਇਹ ਆ ਵੀ ਜਿਹੜਾ ਸਾਨੂੰ ਪਾਠ ਪੜ੍ਹਾਇਆ ਜਾਂਦਾ, ਲੋਕਾਂ ਨੂੰ ਉੱਲੂ ਬਣਾਇਆ ਜਾਂਦਾ ਕਿ ਭਾਰਤ ਵਿੱਚ ਕਾਨੂੰਨ ਦਾ ਰਾਜ ਆ ਤੇ ਇੱਥੇ ਅਦਾਲਤਾਂ ਇੰਡੀਪੈਂਡੈਂਟ ਫੈਸਲੇ ਕਰਦੀਆਂ ਨੇ, ਉਹ ਗੱਲ ਤਾਂ ਫਿਰ ਸਪਸ਼ਟ ਹੋ ਗਈ ਨਾ। ਭਾਜਪਾ ਵਾਲਿਆਂ ਨੇ ਕਹਿਤਾ ਨਾ, ਭਾਜਪਾ ਵਾਲਿਆਂ ਦੀ ਉਸ ਸਟੇਟਮੈਂਟ ਦੇ ਵਿੱਚ 2 ਹਿੱਸੇ ਆ। ਪਹਿਲਾਂ ਤਾਂ ਜਦੋਂ ਕਾਂਗਰਸ ਤੇ ਇਲਜ਼ਾਮ ਲਾਉਂਦੇ ਆ ਕਿ ਜੀ ਉਹਨਾਂ ਨੇ ਦੋਸ਼ੀਆਂ ਨੂੰ ਬਚਾਇਆ, ਜਿਨ੍ਹਾਂ ਨੇ ਨਵੰਬਰ 84 'ਚ ਕਤਲੇਆਮ ਕੀਤਾ ਸੀ ਉਹਨਾਂ ਨੂੰ ਬਚਾਇਆ, ਇਹਦਾ ਮਤਲਬ ਬਚਾ ਸਕਦੇ ਸੀ।
ਕਿਵੇਂ ਬਚਾ ਸਕਦੇ ਸੀ? ਅਦਾਲਤੀ ਪ੍ਰਕਿਰਿਆ ਵਿੱਚ ਕੋਈ ਦਖਲਅੰਦਾਜ਼ੀ ਕਰਕੇ ਬਚਾ ਸਕਦੇ ਸੀ। ਸੋ ਇਹਦਾ ਮਤਲਬ ਇਹ ਹੋ ਗਿਆ ਕਿ ਕਾਂਗਰਸ ਨੇ ਜਾਂ ਕਾਂਗਰਸ ਸਰਕਾਰ ਨੇ ਜਾਂ ਕਾਂਗਰਸ ਪਾਰਟੀ ਨੇ ਆਪਦੇ ਵੇਲਿਆਂ ਦੇ ਵਿੱਚ ਅਦਾਲਤੀ ਸਿਸਟਮ 'ਚ ਦਖਲਅੰਦਾਜ਼ੀ ਕਰਕੇ ਆਪਦੀ ਮਨਮਰਜ਼ੀ ਦੇ ਰਿਜ਼ਲਟ ਕੱਢੇ। ਤੇ ਜੇ ਭਾਜਪਾ ਹੁਣ ਇਹ ਦਾਅਵਾ ਕਰਦੀ ਹੈ ਕਿ ਫਿਰ ਜਦੋਂ ਅਸੀਂ ਸੱਤਾ ਤੇ ਆਏ ਤੇ ਅਸੀਂ ਦੇਖੋ ਜੀ ਫਲਾਣੇ ਮਾਮਲੇ ਵਿੱਚ ਦੋਸ਼ੀਆਂ ਦੇ ਖਿਲਾਫ ਕਾਰਵਾਈ ਕਰਵਾਈ, ਇਹਦਾ ਮਤਲਬ ਤੁਸੀਂ ਫਿਰ ਦਖਲਅੰਦਾਜ਼ੀ ਕਰਕੇ ਉਹ ਕਾਰਵਾਈ ਕਰਾਉਣ ਜੋਗੇ ਸੀ। ਪਰ ਸੱਚੀ ਗੱਲ ਤਾਂ ਇਹੀ ਹੈ ਨਾ ਕਿ ਚਾਹੇ ਕਾਂਗਰਸ ਰੁਕਵਾਵੇ ਤੇ ਚਾਹੇ ਭਾਜਪਾ ਕਾਰਵਾਈ ਕਰਵਾਵੇ, ਰਿਜ਼ਲਟ ਤਾਂ ਇਹੀ ਨਿਕਲਦਾ ਨਾ ਕਿ ਭਾਰਤੀ ਨਿਆਇਕ ਸਿਸਟਮ ਕੋਈ ਇੰਡੀਪੈਂਡੈਂਟ ਕੰਮ ਨਹੀਂ ਹੈ। ਇਹਦਾ ਸਿਆਸੀ ਦਲਾਂ ਦਾ ਜਾਂ ਸਰਕਾਰਾਂ ਦਾ ਜਾਂ ਸਿਆਸੀ ਭਲਵਾਨਾਂ ਦਾ ਹੈ ਕਿ ਉਹ ਕਿੱਧਰ ਨੂੰ ਗੱਲ ਲੈ ਕੇ ਜਾਣੀ ਚਾਹੁੰਦੇ ਆ। ਸੋ ਉਸੇ ਤਰੀਕੇ ਦੀ ਇਹ ਗੱਲ ਆ ਕਿ ਡੇਰਾ ਸਰਸਾ ਦੇ ਮੁਖੀ ਨੂੰ ਹਾਈ ਕੋਰਟ ਦੇ ਵਿੱਚੋਂ ਇਹ ਜਿਹੜੀ ਰਾਹਤ ਆ ਉਹ ਮਿਲੀ ਹੈ। ਹੁਣ ਇਹ ਵੀ ਗੱਲ ਚੇਤੇ ਰੱਖਿਓ, ਜਿਹੜੇ ਜੱਜ ਨੇ ਇਹ ਡਿਸੀਜਨ ਸੁਣਾਇਆ ਹੋ ਹਾਈ ਕੋਰਟ ਦੇ ਨੇ, ਚੇਤੇ ਕਰੋ ਪਿੱਛੇ ਜੇ ਇੱਕ ਇਸੇ ਤਰੀਕੇ ਦਾ ਸੁਪਰੀਮ ਕੋਰਟ ਦਾ ਜੱਜ ਸੀ ਜਿਹੜਾ ਫਿਰ ਰਿਟਾਇਰ ਹੋਣ ਸਾਰ ਰਾਜ ਸਭਾ ਦਾ ਮੈਂਬਰ ਬਣਾਤਾ ਬੀਜੇਪੀ ਨੇ। ਕਿਉਂ ਬਣਾਇਆ? ਕਿਉਂਕਿ ਉਹਨੇ ਜਿੰਨਾ ਟਾਈਮ ਕੁਰਸੀ ਤੇ ਬੈਠਾ ਰਿਹਾ ਉਹਨੇ ਬੀਜੇਪੀ ਦੇ ਹਿਸਾਬ ਨਾਲ ਫੈਸਲੇ ਕੀਤੇ ਤੇ ਉਹਨੂੰ ਬਾਅਦ ਚ ਉਹਨਾਂ ਨੇ ਰਿਵਾਰਡ ਦਿੱਤਾ, ਉਹਨੂੰ ਇਨਾਮ ਦਿੱਤਾ ਵੀ ਤੂੰ ਤਾਂ ਮੁਆਵਜ਼ਾ ਹੀ ਲਾ ਲਓ ਵੀ ਮੁਆਵਜ਼ੇ ਦਾ ਹੱਕਦਾਰ ਆ, ਚੱਕ ਤੈਨੂੰ ਅਸੀਂ ਰਾਜ ਸਭਾ ਦੀ ਮੈਂਬਰੀ ਦਿੰਦੇ ਆ। ਉਵੇਂ ਹੀ ਇਹ ਮੁਲਕ ਦੇ ਵਿੱਚ ਇਸੇ ਤਰੀਕੇ ਨਾਲ ਹੀ ਚੱਲਦਾ ਵੀ ਹੁਣ ਬੀਜੇਪੀ ਵਾਲੇ ਇਸ ਜੱਜ ਨੂੰ ਪੂਰਾ ਲਾਹਾ ਦੇਣਗੇ ਕਿ ਸਾਨੂੰ ਤੋਂ ਵੋਟਾਂ ਦੇ ਐਨ ਮੌਕੇ ਉੱਤੇ ਲਾਹਾ ਦਿੱਤਾ ਸੀ, ਸਾਨੂੰ ਸਰਸਿਆਂ ਦੀਆਂ ਵੋਟਾਂ ਪਵਾਈਆਂ ਸੀ। ਇਵੇਂ ਹੀ ਜਿਹੜਾ ਅਸਦ ਉਦ-ਦੀਨ ਓਵੈਸੀ ਆ ਹੈਦਰਾਬਾਦ ਵੱਲੋਂ ਮੁਸਲਮਾਨ ਲੀਡਰ, ਉਹ ਅਕਸਰ ਹੀ ਪਿੱਟਦਾ ਹੁੰਦਾ ਕਿ ਬਾਬਰੀ ਮਸਜਿਦ ਪ੍ਰਕਰਣ ਦੇ ਵਿੱਚ 1947-48 ਤੋਂ ਜਿਹੜੇ ਬੰਦਿਆਂ ਨੇ ਹਿੰਦੂਆਂ ਦਾ ਪੱਖ ਮਜ਼ਬੂਤ ਕਰਨ ਵਾਲੀਆਂ ਹਰਕਤਾਂ ਕੀਤੀਆਂ ਉਹਨਾਂ ਸਾਰਿਆਂ ਨੂੰ ਇਸ ਮੁਲਕ ਦਾ ਸਿਸਟਮ ਕਿਵੇਂ ਨਵਾਜਦਾ ਰਿਹਾ। ਉਹ ਬੜੀ ਲੰਬੀ ਚੌੜੀ ਦਸਤਾਵੇਜ਼ੀ ਇੱਕ ਪ੍ਰੂਫ ਜਿਹੜੇ ਨੇ ਉਹ ਦੇ ਕੇ ਗੱਲ ਆਪਦੀ ਸਾਬਤ ਕਰਦਾ ਹੁੰਦਾ ਕਿ ਦੇਖੋ ਜੀ ਫਲਾਣੇ ਨੂੰ ਫਿਰ ਆਹ ਮਿਲ ਗਿਆ, ਧਮਕਾਣੇ ਨੂੰ ਆਹ ਮਿਲ ਗਿਆ, ਤੇ ਜਿਹਨੇ ਵੀ ਉਲਟ ਫੈਸਲਾ ਕੀਤਾ ਉਹਨੂੰ ਫਿਰ ਕਿਸੇ ਨਾ ਕਿਸੇ ਤਰੀਕੇ ਨਾਲ ਸੇਕ ਲਾਇਆ ਗਿਆ। ਜਾਣੀ ਕਿ ਮੁਲਕ ਦੇ ਸਿਸਟਮ ਨੇ ਇਹ ਗੱਲ ਸਾਰੇ ਜਿਹੜਾ ਇਹ ਨਿਜ਼ਾਮ ਆ ਉਹਦੇ ਕਲਪੁਰਜੇ ਆ DC SSP SDM ਜੱਜ ਵਗੈਰਾ, ਉਹਨਾਂ ਨੂੰ ਇਹ ਗੱਲ ਉਹਦੇ ਖਾਨੇ ਪਾਤੀ ਵੀ ਜੇ ਤਾਂ ਤੁਸੀਂ ਹਿੰਦੂਆਂ ਦੇ ਹਿੱਤ ਵਿੱਚ ਗੱਲ ਕਰੋਗੇ ਫਿਰ ਤਾਂ ਨਜ਼ਾਰੇ ਲਓਗੇ, ਨਹੀਂ ਫਿਰ ਜੁੱਤੀਆਂ ਪੈਣਗੀਆਂ। ਔਰ ਇਹ ਗੱਲ ਕੱਲੀ ਬਾਬਰੀ ਮਸਜਿਦ ਵਾਲੇ ਮਸਲੇ 'ਚ ਨਹੀਂ, ਸਾਰੇ ਮੁਲਕ ਦਾ ਸਿਸਟਮ ਇਸੇ ਤਰੀਕੇ ਦਾ ਹੈ। ਜਦੋਂ ਅਫਜ਼ਲ ਗੁਰੂ ਨੂੰ ਫਾਂਸੀ ਦਿੱਤੀ ਆ ਉਦੋਂ ਜੱਜਾਂ ਨੇ ਸਿੱਧਾ ਹੀ ਕਹਿਤਾ ਸੀ ਵੀ ਕੋਈ ਇਹਦੇ ਖਿਲਾਫ ਸਬੂਤ ਸਬਾਤ ਤਾਂ ਹੈ ਨਹੀਂ, ਪਰ ਮੁਲਕ ਦੀ ਸਮੂਹਕ ਭਾਵਨਾ ਨੂੰ ਸ਼ਾਂਤ ਕਰਨ ਲਈ ਫਾਂਸੀ ਦੇਣੀ ਚਾਹੀਦੀ ਹੈ। ਕਿਉਂਕਿ ਇਹ ਮੁਲਕ ਦੇ ਹਿੰਦੂ ਆ, ਜਿਹੜੇ ਮੁਲਕ ਦੀ ਭਾਵਨਾ ਨਹੀਂ, ਲੋਕਾਂ ਦੀ ਭਾਵਨਾ ਨਹੀਂ, ਹਿੰਦੂਆਂ ਦੀ ਭਾਵਨਾ। ਜਿਹੜੀ ਗੱਲ ਦੇ ਨਾਲ ਹਿੰਦੂ ਖੁਸ਼ ਹੁੰਦੇ ਹੋਣ ਉਹ ਭਾਰਤ ਵਿੱਚ ਕਰ ਦਿੱਤੀ ਜਾਂਦੀ ਹੈ। ਜੇ ਹਿੰਦੂ ਖੁਸ਼ ਹੁੰਦੇ ਹੋਣ ਅਫਜ਼ਲ ਗੁਰੂ ਨੂੰ ਫਾਂਸੀ ਦੇ ਕੇ ਤਾਂ ਫਿਰ ਉਹਨੂੰ ਫਾਂਸੀ ਚਾੜ ਦੋ। ਜੇ ਹਿੰਦੂ ਖੁਸ਼ ਹੁੰਦੇ ਹੋਣ ਅਕਾਲ ਤਖਤ ਸਾਹਿਬ ਢਵਾ ਕੇ ਢਾਹ ਕੇ ਫਿਰ ਉਹ ਕੰਮ ਕਰ ਲਓ। ਜੇ ਹਿੰਦੂ ਖੁਸ਼ ਹੁੰਦੇ ਹੋਣ ਬਾਬਰੀ ਮਸਜਿਦ ਢਾਹ ਕੇ ਫਿਰ ਉਹ ਕੰਮ ਕਰ ਲਓ। ਜੇ ਹਿੰਦੂ ਖੁਸ਼ ਹੁੰਦੇ ਹੋਣ ਰਾਮ ਮੰਦਿਰ ਬਣਾ ਕੇ ਫਿਰ ਉਹ ਕੰਮ ਕਰ ਲਓ। ਸੋ ਅਸਲ ਵਿੱਚ ਤਾਂ ਮੁਲਕ ਦਾ ਸਾਰਾ ਨਿਜ਼ਾਮ ਜਿਹੜਾ ਹੈ ਉਹ ਹਿੰਦੂਆਂ ਦੇ ਹਿਸਾਬ ਨਾਲ ਚੱਲਦਾ। ਐਵੇਂ ਪਿੱਟੀ ਜਾਂਦੇ ਆ ਵੀ ਅਸੀਂ ਹਿੰਦੂ ਰਾਸ਼ਟਰ ਬਣਾਉਣਾ। ਹੁਣ ਕਸਰ ਕਿਹੜੀ ਰਹਿ ਗਈ ਆ? ਮੁਲਕ ਦੇ ਨਿਆਂਪਾਲਕਾ, ਕਾਰਜਪਾਲਕਾ, ਵਿਧਾਨ ਪਾਲਕਾ, ਤਿੰਨੇ ਜਿਹੜੇ ਅੰਗ ਨੇ ਤਿੰਨੇ ਬਿਲਕੁਲ ਉਵੇਂ ਚੱਲਦੇ ਆ ਜਿਵੇਂ ਹਿੰਦੂਆਂ ਦੀ ਇੱਛਾ ਹੁੰਦੀ। ਇਹ ਨਹੀਂ ਕਿ ਜੀ ਭਾਜਪਾ ਇਕੱਲੀ ਹਿੰਦੂ ਤਲੀ ਆ। ਜਿਹੜੀ ਮਰਜ਼ੀ ਸਰਕਾਰ ਆ ਜੇ ਸੱਤਾ ਦੇ ਵਿੱਚ ਉਹ ਕਦੇ ਵੀ ਹਿੰਦੂ ਪੱਖ ਨੂੰ ਇਗਨੋਰ ਕਰ ਹੀ ਨਹੀਂ ਸਕਦੀ। ਇਹ ਨਹੀਂ ਆਪਾਂ ਕਹਦੇ ਕਿ ਹਿੰਦੂਆਂ ਦੀ ਸੁਣਵਾਈ ਨਹੀਂ ਹੋਣੀ ਚਾਹੀਦੀ, ਪਰ ਹਿੰਦੂ ਕੱਟੜਵਾਦ ਨੂੰ ਇਸ ਤਰੀਕੇ ਨਾਲ ਹੁਲਾਰਾ ਦਿੱਤਾ ਜਾਂਦਾ ਹੈ ਕਿ ਬਾਕੀ ਭਾਰਤੀ ਘੱਟ ਗਿਣਤੀਆਂ ਦੇ ਦਿਲਾਂ ਵਿੱਚ ਦਹਿਸ਼ਤ ਪੈ ਜਾਏ। ਇਸ ਤਰੀਕੇ ਨਾਲ ਸਾਰਾ ਮੁਲਕ ਦਾ ਨਿਜ਼ਾਮ ਜਿਹਦਾ ਚੱਲ ਰਿਹਾ ਹੋਵੇ ਉਹ ਮੁਲਕ ਕਿੰਨਾ ਕੁ ਟਾਈਮ ਖੜਾ ਰਹਿ ਸਕਦਾ? ਉਸ ਮੁਲਕ ਦੇ ਲੋਕ ਕਦੇ ਨਾ ਕਦੇ ਤਾਂ ਕਿਸੇ ਨਾ ਕਿਸੇ ਪਲ ਤਾਂ ਸੋਚਣਗੇ ਵੀ ਧੰਨਾ ਅਸੀਂ ਜਿਹੜੇ ਇਹੋ ਜਿਹੇ ਨਿਜ਼ਾਮ ਨੂੰ ਝੱਲੀ ਜਾਂਦੇ। ਹੁਣ ਆ ਜਿਹੜਾ ਡੇਰਾ ਸਰਸੇ ਦੇ ਮੁਖੀ ਦਾ ਫੈਸਲਾ ਆਇਆ, ਇਦੋਂ ਬਾਅਦ ਵਿੱਚ ਲੋਕਾਂ ਦਾ ਇਹ ਸੋਚਣਾ ਸੁਭਾਵਿਕ ਹੈ
ਵੀ ਹੋ ਸਕਦਾ ਕੱਲ ਕਲਾ ਨੂੰ ਜਿਹੜੇ ਬਲਾਤਕਾਰ ਦੇ ਦੋਸ਼ਾਂ 'ਚ ਉਹਨੂੰ ਸਜ਼ਾ ਹੋਈ ਆ, ਉਮਰ ਕੈਦਾਂ ਹੋਈਆਂ, ਕਿਤੇ ਉਹਦੇ ਚੋਂ ਬਣਾ ਹਾਈ ਕੋਰਟ ਦੇ ਵਿੱਚੋਂ ਜਾ ਕੇ ਰਾਹਤ ਮਿਲ ਜੇ। ਕਿਉਂਕਿ ਮੁਲਕ ਦੇ ਲੀਡਰਾਂ ਨੂੰ, ਸਿਆਸੀ ਦਲਾਂ ਨੂੰ ਤਾਂ ਵੋਟਾਂ ਚਾਹੀਦੀਆਂ। ਹਾਲਾਂਕਿ ਇਹ ਗੱਲ ਪੱਕੀ ਆ ਕਿ ਇਸ ਸਾਰੇ ਚੱਕਰ ਨੇ ਉਹਦਾ ਵੋਟ ਬੈਂਕ ਜਿਹਦੇ ਸਿਰ ਦੇ ਉੱਤੇ ਉਹਨੇ ਅਕਾਲੀਆਂ ਦੇ, ਬਾਦਲ ਦਲ ਦੇ ਕੋਲੋਂ ਆਪਦੀ ਮਨਮਰਜ਼ੀ ਦੇ ਨਾਲ ਫੈਸਲੇ ਕਰਵਾਏ ਆ, ਉਹ ਤਾਂ ਬਹੁਤ ਉਜੜ ਗਿਆ। ਪਰ ਜਿੰਨਾ ਕੁ ਵੀ ਵੋਟ ਬੈਂਕ ਹੈਗਾ ਉਹ ਤੋਂ ਜਾਂ ਉਹਨੂੰ ਬਾਹਰ ਲਿਆ ਕੇ ਕਹਿਣਗੇ ਵੀ ਭਾਈ ਸਾਡੇ ਹਿਸਾਬ ਨਾਲ ਚੱਲੀ ਚੱਲ, ਕਿਉਂਕਿ ਇੱਥੇ ਬੜੇ ਭਲਵਾਨ ਨੇਗੇ ਰੱਖੇ ਹੋਏ ਉਹਨਾਂ ਨੇ ਇਹੋ ਜਿਹੇ। ਖੈਰ, ਇਹ ਤੋਂ ਇੱਕ ਗੱਲ ਹੋਰ ਕਰਕੇ ਅੱਗੇ ਤੁਰਨੀ ਆ ਗੱਲ, ਉਹ ਇਹ ਹੈ ਕਿ ਜਿਹੜਾ ਮੁਕੱਦਮਾ ਸਨ 2007 ਵਿੱਚ ਜਦੋਂ ਬਾਦਲ ਦਲ ਦੀ ਸਰਕਾਰ ਬਣੀ ਸੀ, ਉਦੋਂ ਚੇਤੇ ਕਰੋ ਕਿ ਅਪ੍ਰੈਲ 2007 ਦੇ ਵਿੱਚ ਜਾਂ ਮਈ ਵਿੱਚ ਪੰਗਾ ਪਿਆ ਸੀ। ਕਹਿੰਦੇ ਸੀ ਵੀ ਵਿਸਾਖੀ ਵਾਲੇ ਦਿਨ ਸਲਾਬਤਪੁਰਾ ਡੇਰਾ ਜਿਹੜਾ ਹੈ ਉੱਥੇ ਜਾਮੇ ਇਨਸਾ ਪੜਾਇਆ ਗਿਆ, 7 ਸਿਤਾਰੇ ਸਾਜੇ ਗਏ ਤੇ ਕਲਗੀਧਰ ਸ਼ਹਿਨਸ਼ਾਹ ਦਾ ਸਾਂਗ ਰਚਾ ਕੇ ਡੇਰਾ ਸਰਸਾ ਤੇ ਉਹਦੇ ਚੇਲੇ ਬਾਲਕਿਆਂ ਨੇ ਖਾਲਸਾ ਪੰਥ ਨੂੰ ਲਲਕਾਰਿਆ ਸੀ। ਤੇ ਜਦੋਂ ਇਹ ਸਾਰਾ ਰੌਲਾ ਅਜੀਤ ਅਖਬਾਰ ਦੇ ਵਿੱਚ ਇਸ਼ਤਿਹਾਰ ਰਾਹੀਂ ਤੇ ਹਿੰਦੁਸਤਾਨ ਟਾਈਮਜ਼ ਦੇ ਵਿੱਚ ਛਪੇ ਇਸ਼ਤਿਹਾਰ ਰਾਹੀਂ ਪਬਲਿਕ ਦੇ ਵਿੱਚ ਆਇਆ, ਤਾਂ ਸਿੱਖ ਜਗਤ ਨੇ ਬਠਿੰਡੇ ਦੇ ਵਿੱਚ ਇਹਦਾ ਵਿਰੋਧ ਕਰਨਾ ਚਾਹਿਆ। ਤਾਂ ਉੱਥੇ ਅਕਾਲੀਆਂ ਦੇ, ਬਾਦਲਕਿਆਂ ਦੇ ਰਾਜ ਵਿੱਚ ਸਿੱਖਾਂ ਦੇ ਉੱਤੇ ਬਹੁਤ ਭਾਰੀ ਜ਼ੁਲਮ ਹੋਇਆ। ਪੁਲਿਸ ਦੀ ਹਾਜ਼ਰੀ ਵਿੱਚ ਡੇਰਾ ਸਰਸੇ ਦੇ ਸਮਰਥਕਾਂ ਨੇ ਸਿੱਖ ਉੱਥੇ ਸ਼ਾਂਤਮਈ ਪ੍ਰੋਟੈਸਟ ਕਰਨ ਚਲੇ ਗਏ ਤੇ ਸ਼ਾਂਤਮਈ ਪ੍ਰੋਟੈਸਟ ਮਹਿੰਗਾ ਪੈ ਗਿਆ। ਉੱਥੇ ਬਹੁਤ ਜ਼ਿਆਦਾ ਸਿੱਖਾਂ ਨੂੰ ਜਲੀਲ ਕੀਤਾ ਗਿਆ, ਕੁੱਟਮਾਰ ਕੀਤੀ ਗਈ। ਉਪਰੰਤ ਇਹ ਮਸਲਾ ਕਾਫੀ ਜ਼ਿਆਦਾ ਤਿੱਖਾ ਤਲਖ ਹੋਇਆ। ਉਦੋਂ ਜਿਹੜਾ ਸਲਾਬਤਪੁਰਾ ਡੇਰਾ ਦਾ ਉਹ ਸਾਰਾ ਪ੍ਰਕਰਣ ਸੀ, ਉਦੋਂ ਇੱਕ ਮੁਕੱਦਮਾ ਦਰਜ ਹੋਇਆ ਸੀ। ਉਹ ਮੁਕੱਦਮਾ ਚੱਲਦਾ ਰਿਹਾ। ਅਖੀਰ ਜਿਹੜਾ ਬਠਿੰਡੇ ਗੁਰਦੁਆਰਾ ਸਿੰਘ ਸਭਾ ਦਾ ਪ੍ਰਧਾਨ ਸੀ, ਅਕਾਲੀ ਦਲ ਦਾ ਲੀਡਰ ਵੀ ਸੀ, ਉਹ ਵਿਚਾਰਾ ਹੁਣ ਤੱਕ ਪਿੱਟਦਾ ਫਿਰਦਾ ਵੀ ਮੈਨੂੰ ਤਾਂ ਪਤਾ ਹੀ ਨਹੀਂ ਲੱਗਿਆ, ਕਿਉਂਕਿ ਉਹ ਜਿਹੜਾ ਮੁੱਖ ਸ਼ਿਕਾਇਤ ਕਰਤਾ ਸੀ ਉਸ ਕੇਸ ਵਿੱਚ ਉਹ ਪ੍ਰਧਾਨ ਸੀਗਾ। ਤੇ ਉਹ ਵਿਚਾਰਾ ਹੁਣ ਤੱਕ ਪਿੱਟਦਾ ਫਿਰਦਾ ਕਿ ਮੈਨੂੰ ਤਾਂ ਪਤਾ ਹੀ ਨਹੀਂ। ਤੇ ਕਿੰਨੇ ਕੁ ਲੋਕਾਂ ਨੂੰ ਚੇਤੇ ਆ ਕਿ ਬਾਅਦ ਵਿੱਚ ਜਦੋਂ ਲੋਕ ਸਭਾ ਦੀਆਂ ਚੋਣਾਂ ਆਈਆਂ ਤਾਂ ਉਹ ਚੋਣਾਂ ਤੋਂ 3-4 ਦਿਨ ਪਹਿਲਾਂ ਕੋਤਵਾਲੀ ਦੇ ਰਾਹੀਂ, ਥਾਣੇ ਦੇ ਰਾਹੀਂ, ਪੁਲਿਸ ਦੇ ਰਾਹੀਂ ਬਾਦਲ ਦਲ ਵਾਲਿਆਂ ਨੇ ਹਰਸਿਮਰਤ ਕੌਰ ਦੀ ਇਲੈਕਸ਼ਨ ਜਿਤਾਉਣ ਲਈ ਉਹ ਮੁਕੱਦਮਾ ਖਾਰਜ ਕਰਵਾਤਾ ਸੀ, ਵਾਪਸ ਕਰਤਾ ਸੀ। ਕਿੰਨੇ ਕੁ ਲੋਕਾਂ ਨੂੰ ਚੇਤਾ ਇਸ ਗੱਲ ਦਾ, ਕਿਉਂਕਿ ਜਦੋਂ ਮੀਡੀਆ 'ਚ ਖਬਰ ਹੀ ਨਹੀਂ ਕਦੇ ਲੱਗਣੀ ਬਈ ਜਿਹੜਾ ਸਲਾਬਤਪੁਰਾ ਕਾਂਡ ਆ ਉਹਦਾ ਕੀ ਬਣਿਆ, ਫਿਰ ਆਪਾਂ ਨੂੰ ਚੇਤਾ ਕਿੱਥੇ ਆਉਣਾ। ਸੋ ਜਿਹੜੀ ਗੱਲ ਇਸ ਮੁਲਕ ਦੇ ਵਿੱਚ ਪੂਰੇ ਇੰਡੀਅਨ ਸਿਸਟਮ ਵੱਲੋਂ ਚਲਾਈ ਜਾ ਰਹੀ ਆ, ਉਹ ਇਹ ਆ ਕਿ ਅਸੀਂ ਸਿੱਖਾਂ ਨੂੰ ਕਿਹੜੀ ਗੱਲ ਚੇਤੇ ਆਉਣ ਦੇਣੀ ਆ ਤੇ ਕਿਹੜੀ ਚੇਤੇ ਨਹੀਂ ਆਉਣ ਦੇਣੀ। ਉਹਦਾ ਇੱਕ ਹੋਰ ਉਦਾਹਰਨ ਆਪਣੇ ਸਾਹਮਣੇ ਆ ਕਿ ਵੋਟਾਂ ਚੱਲ ਰਹੀਆਂ ਲੋਕ ਸਭਾ ਚੋਣਾਂ ਦੀਆਂ। ਭਾਈ ਸਰਬਜੀਤ ਸਿੰਘ ਮਲੋਆ ਚੋਣ ਲੜ ਰਿਹਾ, ਬੇਅੰਤ ਸਿੰਘ ਦਾ ਮੁੰਡਾ, ਜਿਹਨੇ ਇੰਦਰਾ ਗਾਂਧੀ ਨੂੰ ਸੋਧਾ ਲਾਇਆ। ਬਹੁਤ ਸਾਰੇ ਲੋਕ ਇਹ ਕਹਿੰਦੇ ਆ ਵੀ ਇਹ ਕੌਣ ਆ ਜੀ, ਤੇ ਬਹੁਤ ਸਾਰੇ ਲੋਕ ਆ ਜਿਹੜੇ ਕਹਿੰਦੇ ਆ ਕਿ ਸਾਨੂੰ ਤਾਂ ਪਤਾ ਹੀ ਹੁਣ ਲੱਗਿਆ ਕਿ ਜਿਹਨੇ ਇੰਦਰਾ ਗਾਂਧੀ ਨੂੰ ਸੋਧਿਆ ਸੀ ਸਰਦਾਰ ਬੇਅੰਤ ਸਿੰਘ, ਉਹਦਾ ਇਹ ਪੁੱਤ ਵਾ। ਸਾਨੂੰ ਤਾਂ ਪਤਾ ਹੀ ਨਹੀਂ ਸੀਗਾ ਵੀ ਉਹਦੇ ਗਾਂ ਕਿੰਨੇ ਬੱਚੇ ਆ। ਨਹੀਂ ਪਤਾ ਲੋਕਾਂ ਨੂੰ ਕਿ ਇੱਕ ਕਾਕਾ ਸਾਡਾ ਭਰਾ ਵੀਰ ਜਸਵਿੰਦਰ ਸਿੰਘ ਜਿਹੜਾ ਆਸਟ੍ਰੇਲੀਆ 'ਚ ਆ, ਉੱਥੇ ਚਲੋ ਆਪਦਾ ਬਹੁਤਾ ਜੀਵਨ ਉੱਥੇ ਵਧੀਆ ਤਰੀਕੇ ਨਾਲ ਜਿਉ ਰਿਹਾ, ਵਿਆਹ ਹੋਇਆ, ਉਹਦਾ ਵੀ ਕਾਕਾ ਵੀ ਆ, ਬੱਚਾ ਗਾਹਾਂ। ਇੱਧਰ ਸਰਬਜੀਤ ਸਿੰਘ ਆ, ਇਹਦੇ ਵੀ ਇੱਕ ਬੱਚਾ ਹੈਗਾ, ਵਿਆਹ ਹੋਇਆ। ਤੀਜਾ ਇਹਨਾਂ ਦੀ ਭੈਣ ਆ ਜਿਹੜੀ ਅਮਰਤ ਕੌਰ, ਉਹ ਵੀ ਹੈ। ਪਰ ਹੈਰਾਨੀ ਦੀ ਗੱਲ ਇਹ ਆ ਕਿ ਸਾਨੂੰ ਇੱਥੇ ਬਾਦਲ ਦਲ ਦੇ ਲੀਡਰਾਂ ਦਾ, ਕਾਂਗਰਸ ਦੇ ਲੀਡਰਾਂ ਦਾ ਪੂਰਾ ਓੜਮਾ ਕੋੜਮਾ ਰੱਟੇ ਲੱਗਿਆ ਪਿਆ ਹੁੰਦਾ ਆਮ ਬੰਦੇ ਨੂੰ ਕਿ ਜੀ ਆਹ ਉਹ ਆ ਤੇ ਆ ਫਲਾਨਾ। ਤੇ ਸ਼ਹੀਦ ਬੇਅੰਤ ਸਿੰਘ ਜਿਹੜਾ ਸਾਡੇ ਹਾਲੀਆ ਸਿੱਖ ਸੰਘਰਸ਼ ਦੇ ਵਿੱਚ ਸਭ ਤੋਂ ਵੱਡਾ ਮਤਲਬ ਜਿਹੜਾ ਕਾਰਨਾਮਾ ਹੈ, ਉਹਦਾ ਹੀਰੋ ਆ ਉਹ। ਸਾਡੇ ਲਈ ਸਭ ਤੋਂ ਵੱਡੀ ਘਟਨਾ ਹਾਲ ਦੇ ਦਿਨਾਂ ਦੀ ਤੀਜਾ ਘੱਲੂਘਾਰਾ ਜਿਹੜਾ ਜੂਨ 84 ਨੂੰ ਵਾਪਰਿਆ, ਤੇ ਉਹਦੇ ਵਿੱਚ ਗਾਹਾਂ ਜਾ ਕੇ ਇੰਦਰਾ ਨੂੰ ਸੋਧਣ ਵਾਲਾ ਕਾਰਨਾਮਾ ਕੀਤਾ ਸਰਦਾਰ ਬੇਅੰਤ ਸਿੰਘ ਨੇ। ਤੇ ਉਹਦੇ ਪਰਿਵਾਰ ਬਾਰੇ ਕਿੰਨੇ ਕੁ ਲੋਕਾਂ ਨੂੰ ਪਤਾ। ਫੇਰ ਉਹ ਤਾਂ ਚਲੋ ਵੋਟਾਂ ਪਾਠਾਂ ਵਾਲੇ ਗਧੀ ਗੇੜ 'ਚ ਆਪਾਂ ਪਾਸੇ ਰਹੀਦਾ, ਪਰ ਹੁਣ ਇਸ ਗੱਲੋਂ ਆਉਂਦਾ ਵੀ ਜੇ ਬੀਬੀ ਬਿਮਲ ਕੌਰ ਖਾਲਸਾ ਚੋਣ ਨਾ ਲੜਦੀ ਤੇ ਹੋ ਸਕਦਾ ਅੱਜ ਬਹੁਤਿਆਂ ਨੂੰ ਪਤਾ ਹੀ ਨਾ ਹੁੰਦਾ ਵੀ ਉਹ ਵੀ ਭਾਈ
ਇੱਥੇ ਸ਼ਹੀਦ ਭਾਈ ਬੇਅੰਤ ਸਿੰਘ ਦੀ ਸਿੰਘਣੀ ਹੋਈ ਹੈ। ਹੋ ਸਕਦਾ ਅੱਜ ਜਿਵੇਂ ਇਸ ਬਹਾਨੇ ਕਿ ਯਾਰ ਇਹ ਭਾਈ ਬੇਅੰਤ ਸਿੰਘ ਦਾ ਮੁੰਡਾ ਤੇ ਸਰਬਜੀਤ ਸਿੰਘ ਦੀ ਚੋਣ ਲੜਨ ਕਰਕੇ ਇੰਨਾ ਕੁ ਦਾ ਚੇਤਾ ਆ ਗਿਆ, ਧੰਨ ਦੀ ਆ ਕੌਮ ਜਿਹਨੂੰ ਇੰਡੀਅਨ ਸਿਸਟਮ ਨੇ ਭੁਲਾ ਹੀ ਦਿੱਤਾ ਕਿ ਇਹ ਸ਼ਹੀਦ ਭਾਈ ਬੇਅੰਤ ਸਿੰਘ ਦਾ ਬੇਟਾ ਹੈ। ਤੇ ਉਹਦੀ ਗੱਲ ਇਕੱਲੇ ਦੀ ਕਿਉਂ, ਆ ਦੇਖ ਲਓ ਲੁਧਿਆਣੇ ਵਾਲੀ ਸੀਟ ਦੇ ਉੱਤੇ ਭਾਈ ਰਛਪਾਲ ਸਿੰਘ ਛੰਦੜਾ ਖੜਾ, ਲੋਕ ਉਹਨੂੰ ਪੁੱਛ ਰਹੇ ਆ ਵੀ ਇਹ ਹੈ ਕੌਣ, ਕਿਉਂਕਿ ਉਹਦਾ ਨਾਂ ਵੀ ਅਮਰਤਪਾਲ ਸਿੰਘ ਆ ਤੇ ਦੂਜਾ ਅਮਰਤਪਾਲ ਸਿੰਘ ਜਿਹੜਾ ਡਿਬਰੂਗੜ੍ਹ ਜ਼ਿਲ੍ਹੇ 'ਚ ਹੈ, ਜਿਨ੍ਹਾਂ ਨੇ ਪਿਛਲੇ 5-4 ਸਾਲਾਂ ਦੇ ਵਿੱਚ ਆਪਦੇ ਤਰੀਕੇ ਨਾਲ ਕੌਮ ਦੇ ਵਿੱਚ ਆਪਦਾ ਸਰਗਰਮੀ ਨਾਲ ਨਾਂ ਬਣਾਇਆ ਹੈ, ਤੇ ਉਹਨਾਂ ਦਾ ਨਾਂ ਵੀ ਅਮਰਤਪਾਲ ਸਿੰਘ ਆ। ਹੁਣ ਜਦੋਂ ਲੋਕ ਪੁੱਛਦੇ ਆ, ਸਾਨੂੰ ਬੜੀ ਅਜੀਬ ਲੱਗਦੀ ਆ ਗੱਲ ਕਿ ਭਾਈ ਰਛਪਾਲ ਸਿੰਘ ਛੰਦੜਾ ਇੱਕ ਖਾੜਕੂ ਸਿੱਖ ਸੰਘਰਸ਼ ਦੀ ਬਹੁਤ ਟੋਟੀ ਦੀ ਸ਼ਖਸੀਅਤ ਹੈ, ਤੇ ਜੇ ਉਹਦੇ ਪਰਿਵਾਰ ਦੇ 4 ਜੀ ਸ਼ਹੀਦ ਹੋਏ ਹੋਣ ਤੇ ਪਤਾ ਕਿਸੇ ਨੂੰ ਹੋਵੇ ਨਾ ਕਿ ਇਹ ਭਾਈ ਅਮਰਤਪਾਲ ਸਿੰਘ ਛੰਦੜਾ। ਨਹੀਂ ਪਤਾ ਨਵੇਂ ਜਵਾਕਾਂ ਨੂੰ, ਨਵੀਂ ਪੀੜ੍ਹੀ ਨੂੰ ਕਿ ਭਾਈ ਰਛਪਾਲ ਸਿੰਘ ਛੰਦੜਾ ਕੌਣ ਸੀ ਤੇ ਕੀ ਸੀ। ਇਸ ਤਰੀਕੇ ਨਾਲ ਜੇਕਰ ਵੋਟਾਂ ਦੇ ਦਿਨਾਂ 'ਚ ਕੱਲੀ ਇੰਨੀ ਕੀ ਗੱਲ ਹੀ ਸਿੱਖਾਂ ਨੂੰ ਪਤਾ ਲੱਗ ਜਾਵੇ ਕਿ ਆਹ ਭਾਈ ਬੇਅੰਤ ਸਿੰਘ ਦਾ ਪਰਿਵਾਰ ਆ, ਆਹ ਭਾਈ ਰਛਪਾਲ ਸਿੰਘ ਛੰਦੜੇ ਦਾ ਪਰਿਵਾਰ ਆ, ਤੇ ਹੋਰ ਭਾਈ ਇਹੀ ਬਹੁਤ ਆ, ਕਿਉਂਕਿ ਜਿੱਤਣ ਹਾਰਨ ਦੀ ਤਾਂ ਮੈਂ ਗਰੰਟੀ ਦਿੰਦਾ, ਜਿੱਥੇ ਜਿਹਦੇ ਲਿਖਾਉਣਾ, ਜਿਹਨੂੰ ਜ਼ਿਆਦਾ ਚਾਅ ਚੜਿਆ ਹੋਇਆ ਉਹ ਜੋ ਕਰਨਾ ਮੇਰੇ ਨਾਲ ਕਰ ਲਵੇ, ਮੈਂ ਗਰੰਟੀ ਦਿੰਦਾ, ਚਾਹੇ ਮੈਨੂੰ ਜਿਤਾ ਲਓ ਚਾਹੇ ਜਿਹਨੂੰ ਮਰਜ਼ੀ ਜਿਤਾ ਲਓ, ਇਹਨਾਂ ਵੋਟਾਂ ਦੇ ਜਿੱਤਣ ਤੋਂ ਬਾਅਦ ਹਾਰਨ ਤੋਂ ਬਾਅਦ ਕੱਖ ਫਰਕ ਨਹੀਂ ਪੈਣਾ। ਐਵੇਂ ਆਪਦੇ ਮਨ ਨੂੰ ਜੋ ਮਰਜ਼ੀ ਧਰਵਾਸ ਦੇਈ ਜਾਵੇ, ਇਹ ਆਪਦੇ ਆਪ ਨੂੰ ਆਪਾਂ ਬੇਵਕੂਫ ਬਣਾਉਣਾ ਜਿਹਨੇ ਉਹ ਬਣਾਈ ਜਾਵੇ, ਪਰ ਸੱਚਾਈ ਇਹ ਆ ਕਿ MLA MP ਜੋ ਮਰਜ਼ੀ ਬਣਦੇ ਫਿਰ ਉਹ ਇਸ ਸਿਸਟਮ ਦੇ ਵਿੱਚ ਕੱਖ ਨਹੀਂ ਜੇ ਬਣਨੀ। ਤੋਂ ਗੱਲ ਅੱਗੇ ਤੋਰੀਏ ਬਈ ਜੇਕਰ ਸਿੱਖ ਸੰਘਰਸ਼ ਦੇ ਯੋਧਿਆਂ ਨੂੰ, ਸ਼ਹੀਦਾਂ ਨੂੰ ਅਸੀਂ ਇਸ ਤਰੀਕੇ ਨਾਲ ਭੁੱਲਦੇ ਜਾ ਰਹੇ, ਇਹ ਬਹੁਤ ਮਾੜਾ, ਬਹੁਤ ਹੀ ਭੈੜਾ ਕੰਮ ਸਾਡੀ ਕੌਮ। ਜਿਹੜੇ ਪਰਿਵਾਰਾਂ ਦੇ ਪਰਿਵਾਰ ਹੀ ਚੱਕ ਕੇ ਗਾਇਬ ਕਰ ਦਿੱਤੇ ਗਏ, ਉਹਨਾਂ ਦਾ ਫਿਰ ਜ਼ਿਕਰ ਕਿਵੇਂ ਆਵੇ। ਅੱਜ ਚੇਤੇ ਆ ਰਹੀ ਹੈ ਗੱਲਾਂ ਜੋ ਦਿਲ ਬੜਾ ਦੁਖੀ ਆ ਇਸ ਗੱਲ। ਅੱਜ ਮੈਂ ਕੱਲ ਕਿਤੇ ਇਹ ਚਰਚਾ ਕੀਤੀ ਕਿ ਜੀ ਧਰਮੀ ਫੌਜੀ ਤੇ ਕਾਰਸੇ ਵਾਲੇ ਬਾਬੇ, ਤੇ ਇੱਕ ਸੱਜਣ ਨੇ ਇਤਰਾਜ਼ ਕਰਤਾ, ਕਹਿੰਦਾ ਜੀ ਕਾਰਸੇ ਵਾਲੇ, ਉਹਨੂੰ ਬੜਾ ਔਖਾ ਸਮਝਾਇਆ ਵੀ ਭਾਈ ਕਾਰਸੇ ਵਾਲੇ ਉਹ 30 ਸਿੰਘ 35 ਸਿੰਘ ਸੀ ਕੁੱਲ, ਜਿਨ੍ਹਾਂ ਨੇ ਜੂਨ 84 ਦੇ ਵਿੱਚ ਆ ਕੇ ਇੱਥੇ ਸ਼ਹਾਦਤਾਂ ਪਾਈਆਂ ਔਰ ਅਰਦਾਸ ਕਰਕੇ ਆਏ ਸੀ ਉਹ ਜਨਵਰੀ ਫਰਵਰੀ ਦੇ ਵਿੱਚ ਹਜ਼ੂਰ ਸਾਹਿਬ ਕਿ ਸਾਡੇ ਸੀਸ ਗੁਰੂ ਦੇ ਲੇਖੇ ਲੱਗਣੇ ਚਾਹੀਦੇ, ਅਰਦਾਸਾਂ ਸੋਧ ਕੇ ਆਏ ਸੀ। ਔਰ ਉਹਨਾਂ ਦੇ ਵਿੱਚੋਂ 5 ਸਿੰਘ ਬਚੇ ਆ, ਭਾਈ ਭਗਵਾਨ ਸਿੰਘ ਜਲੰਧਰ ਕਾਰਸੇ ਵਾਲੇ, ਇੱਕ ਗੁਰੂਸਰ ਮਹਾਰਾਜ 6ਵੇਂ ਪਾਤਸ਼ਾਹ ਦਾ ਸਥਾਨ ਆ ਬਠਿੰਡੇ ਵੱਲ ਬਰਨਾਲੇ ਵੱਲ, ਉੱਥੇ ਆ। 2 ਜਿਹੜੇ ਸੀਗੇ ਉਹ ਗੁਰਦੁਆਰਾ ਕੋਤਵਾਲੀ ਸਾਹਿਬ ਬਰਿੰਡੇ, ਤੇ ਇਸ ਤਰੀਕੇ ਨਾਲ ਇਹ 5 ਸਿੰਘ ਸੀਗੇ, 5 ਬਚੇ ਆ ਉਹਨਾਂ 35 ਚੋਂ, ਤੇ 30 ਜਣੇ ਉੱਥੋਂ ਤੁਰੇ ਸੀ, 5 ਜਿਹੜੇ ਸੀ ਉਹ ਗਵਾਲੀਅਰ ਤੋਂ ਨਾਲ ਰਲੇ ਸੀ ਇਹਨਾਂ ਚੋਂ। ਕੁੱਲ ਗਿਣਤੀ ਜਾਣੀ ਕਿ ਜਿਹੜੀ ਸੀ 35 ਦੀ ਸੀ, ਜਿਸ ਚੋਂ 30 ਸਿੰਘ ਸ਼ਹੀਦ ਹੋਏ। ਤੇ ਉਹ ਆਪਣੇ ਸਾਰਿਆਂ ਦੇ ਦਿਲ ਦਿਮਾਗ 'ਚ ਹੁੰਦਾ ਵੀ ਕਾਰਸੇ ਵਾਲੇ ਤਾਂ ਇਕੱਲੀਆਂ ਬਿਲਡਿੰਗਾਂ ਬਣਾਈ ਵਾਲੇ ਜਾਂਦੇ ਨੇ, ਪਰ ਇਹਨਾਂ ਦਾ ਇੱਕ ਵੱਖਰਾ ਇਤਿਹਾਸ ਆ। ਤੇ ਜਦੋਂ ਮੈਂ ਗੱਲ ਕੀਤੀ ਤੇ ਸਾਡੀ ਕੌਮ ਦੇ ਲੋਕਾਂ ਨੂੰ ਪਤਾ ਹੀ ਨਹੀਂ, ਔਰ ਬੜਾ ਉਹਨਾਂ ਨੇ ਗਲਤ ਜਿਹਾ ਕਿਹਾ ਵੀ ਇਹ ਕਾਰਸੇ ਵਾਲਿਆਂ ਦੀਆਂ ਕਾਹਦੀ ਗੱਲ ਕਰਦੇ ਹੋ, ਇਹਨਾਂ ਦੀ ਕਾਹਦੀ ਯਾਦਗਾਰ ਬਣਾਉਣੀ। ਦੱਸਣਾ ਪਿਆ ਕਿ ਜੀ ਉਹ ਤਾਂ ਬੰਦੇ ਉਹ ਨੇ ਜਿਨ੍ਹਾਂ ਨੇ ਦਰਬਾਰ ਸਾਹਿਬ ਦੀ ਲੜਾਈ ਦੇ ਵਿੱਚ, ਜੰਗ ਦੇ ਵਿੱਚ ਆਪਣਾ ਸੀਸ ਮਾਰਿਆ। ਧਰਮੀ ਫੌਜੀ, ਮੈਂ ਗਰੰਟੀ ਦਿੰਦਾ ਜੀ, ਜੇ ਕਿਸੇ ਨੇ ਸਿੱਖ ਇਤਿਹਾਸ ਨੂੰ ਚੱਜ ਹਾਲ ਨਾਲ ਪੜ੍ਹਿਆ ਹੋਵੇ, ਆ ਪੜ੍ਹ ਲਓ, ਇੱਥੇ ਬਾਤਚੀਤ ਵਿੱਚ ਛਪਿਆ ਹੋਇਆ ਕਿ ਫੌਜ ਦਾ ਐਲਾਨ ਸੀਗਾ ਕਿ 15 ਤੋਂ 35 ਸਾਲ ਦੇ ਵਿਚਾਲੇ ਜਿੰਨੇ ਸਿੱਖ ਨੇ ਸਭ ਕੜੁੱਕ ਕਰ ਦੇਣੇ, ਜਾਣੀ ਕਿ ਆਪਰੇਸ਼ਨ ਬਲੂ ਸਟਾਰ ਤਾਂ ਦਰਬਾਰ ਸਾਹਿਬ ਦੇ ਵਿੱਚ ਚੱਲਿਆ, ਆਪਰੇਸ਼ਨ ਬੁੱਢ ਰੋਜ਼ ਜਿਹਦਾ ਜੰਗਲੀ ਕਲਾਬ ਦੀ ਟਹਿਣੀ ਨਾਂ ਰੱਖਿਆ ਸੀ, ਉਹਦਾ ਇਹੀ ਸੀ ਨਾ ਕੰਮ। ਜਦੋਂ ਗੁਰਦਾਸਪੁਰ ਅੰਮ੍ਰਿਤਸਰ ਜ਼ਿਲ੍ਹੇ 'ਚ ਉਹ ਪੂਰਾ ਚੱਲਿਆ 6-7 ਤਰੀਕ ਨੂੰ, ਉਦੋਂ ਤੱਕ ਇੱਥੋਂ ਬਹੁਤ ਸਾਰੇ ਵਿਚਾਰੇ ਜਾਨਾਂ ਬਚਾਉਣ ਲਈ ਬਾਰਡਰ ਟੱਪ ਕੇ ਭੱਜ ਗਏ, ਤੇ ਜਿਹੜੇ ਰਹਿ ਗਏ ਬਚ ਗਏ ਉਹਨਾਂ ਦੇ ਉੱਤੇ ਸਾਰੇ ਪੰਜਾਬ ਦੇ ਵਿੱਚ ਕਹਿਰ ਟੁੱਟਣਾ ਹੀ ਟੁੱਟਣਾ ਸੀ। ਪਰ ਜਦ ਨੂੰ ਖਬਰਾਂ ਆ ਗਈਆਂ ਕਿ ਥਾਂ ਤੋਂ ਫੌਜਾਂ ਨੇ ਬਗਾਵਤ ਕਰਤੀ, ਸਿੱਖ ਫੌਜੀ ਜਿਹੜੇ ਆ ਉਹ ਭਾਈ ਹਥਿਆਰਬੰਦ ਹੋ ਕੇ ਮੈਦਾਨ 'ਚ ਆ ਗਏ, ਤਾਂ ਤੁਰੰਤ ਫਿਰ ਇਹ ਗੱਲ ਦਾ ਜਦੋਂ ਪਤਾ ਲਿਆ ਕਿ ਜੋ ਉਹਨਾਂ ਨੂੰ ਤਾਂ ਇਹ ਹੋਇਆ ਕਿ ਦਰਬਾਰ ਸਾਹਿਬ ਦੇ ਵਿੱਚ ਤਾਂ ਜੋ ਹੋਣਾ ਸੀ ਹੋਇਆ, ਬਾਕੀ ਵੀ ਪੰਜਾਬ 'ਚ ਸਾਡੇ ਭਰਾਵਾਂ ਨੂੰ ਮਾਰਿਆ ਜਾ ਰਿਹਾ, ਤਾਂ ਇਹ ਹੁਕਮ ਫਿਰ ਤੁਰੰਤ ਰੱਦ ਕਰਨਾ ਪਿਆ ਕਿ ਜਿਹੜਾ ਆਪਰੇਸ਼ਨ ਬੁੱਢ ਰੋਜ਼ ਆ ਉਹ ਤੁਰੰਤ ਰੋਕਿਆ ਜਾਵੇ। ਇਹ ਸਾਰੀ ਹਿਸਟਰੀ ਆ, ਸਾਰਾ ਕਿਤਾਬਾਂ 'ਚ ਛਪਿਆ ਹੋਇਆ, ਫੌਜੀ ਅਫਸਰਾਂ ਨੇ ਛਾਪਿਆ ਬਾਅਦ 'ਚ।
तो ऑपरेशन बॉर्डरोज के राही जो सिख कौम का एडा वड्डा घाण होने की तैयारी सी वो फिर रुक गया। तो साडे लई तां ये धार्मी फौजी एक तरीके नाल साडे सेवियर बन के उदों आए जिन्हां ने बचाया। ते इन्हां सारियां दी यादगार बननी चाहिदी आ, इन्हां दा इतिहास कौम दे सामने होना चाहिदा। तो अज जथेदार करनैल सिंह पजोड़ी ने अकाल तख्त साहब नूं एक चिट्ठी भी लिखी है इस संबंध विच कि जी जिहड़े 1 अप्रैल 1978 तो लैके हुण तक दे सारे शहीद आ, चंगी गल आ कि तुसीं शहीदी यादगार विच शहीदी गैलरी विच ਸਿੰਘਾਂ ਦੀਆਂ फोटोआं लाइयां ने शहीदां ਦੀਆਂ 84 वालियां ਦੀਆਂ, पर सारे शहीदां दी एक यादगार बननी चाहिदी है। ते इह गल दे विच कार सेवा वालियां दा ते धार्मी फौजियां दा भी वेरवा जिहड़ा ओह पाया। मैं फिर आपदे मेन नुकते ते आवां कि गल तां इंनी की आ ना भी आपदी कौम नूं आउण वालियां पोस्टां नूं चेते किवें कराउणा कि भाई आह बंदे सी जिन्हां ने तुहाडी कौम लई तुहाडे धर्म लई उदों कुर्बानी कीती। जिहड़े इह धर्मी फौजी सी सरकार दे कोल मुलाजमात सी करदे, मुलाजम सी सरकारी, पर जिवें इतिहास विच जिक्र है कि भाई सुबेग सिंह ते भाई शाहबाज सिंह लाहौर दरबार दे विच मुलाजम सीगा भाई सुबेग सिंह, ये जदों धर्म हेत सीस मारन दी गल आई उदों धर्म प्यारा कीता, उदों आपदी मुलाजमत नहीं समझी भी मैं सरकार दे बोली बोल जावां। दोनों प्यो पुत दा अरदास विच जिक्र करदे आपां चरखड़ियां ते चढ़े। इवें ही ये धर्मी फौजी है। इन्हां सामने भी यही सीगा कि जे सुबेग सिंह ने भाई सुबेग सिंह ने चरखड़ी ते चढ़ना मंजूर कर लिया पर आपदे धर्म नाल जिहड़ी आ वफा कीती है, उवें ही साडा इस मौके ठीक आ सानू भारत सरकार दी नौकरी करदे हैं पर साडा पहली प्रायोरिटी है जिहड़ी पहली तरजीह है जिहड़ी वो साडा धर्म। तो धर्मी फौजी फौज दे फौजी होने के बावजूद धर्म नूं प्यारा कीता। इन्हां दी जे यादगार बने, इन्हां दे पिंडां दे बाहर जे किते कुछ यादगार बने पंचायतां इकट्ठा विच होवे तां किन्नी आनंद वाली गल है कि सारियां दे सिखां दे जवाकां दे दिल दिमाग 'च गल बसूगी कि भाई जिवें इन्हां ने अपने पुरखियां तो प्रेरणा लैके धर्म प्यारा कीता, असीं भी जे सरकार दी किसी दी नौकरी करदे होईए वो तो रोजी रोटी कमाउण लई करनी ही पैनी किसी ना किसी थां ते नौकरी, पर निभाउणा असीं धर्म ही। सो इस तरीके नाल असीं आपदे इतिहास नाल बच्चों नूं जोड़ीए। अज दे समय दे विच जिस तरीके दा डिजिटल मीडिया दे राहीं साडे निआणिआं दा माइंड कैप्चर कीता जा रिहा, जिस तरीके नाल साडे कौम दे बहुत वड्डे हिस्से नूं काबू करके आपदी मनमर्जी दा मसाला उन्हां दे दिमाग विच तूड़िया जा रिहा, धूड़िया जा रिहा। तुसीं आ खाओगे, आ पीओगे, इस गल नूं इउं कहोगे, तुसीं किहनूं नायक मनना, किहनूं खलनायक मनना, वो असीं दस्सांगे। ये जिहड़ा चल रहा इहनूं कहंदे आ नैरेटिव बिल्डिंग। इस मौके सारे संसार दे विच ये एक हथियार वजों वरतिया जाण वाला संद वा। साडी कौम नूं सचेत रूप विच पता होना चाहिदा कि दुश्मन बड़ा डाढा आ, ਉਹ ਸਾਨੂੰ ਕਿਹੜੀਆਂ ਚੀਜ਼ਾਂ ਚਾਹੁੰਦਾ ਵੀ ਚੇਤੇ ਰੱਖੀਏ, ਕਿਹੜੀਆਂ ਚੀਜ਼ਾਂ ਉਹ ਚਾਹੁੰਦਾ ਕਿ ਭੁੱਲ ਜਾਈਏ। ਸਾਨੂੰ ਇਸ ਗੱਲ ਦਾ ਅਹਿਸਾਸ ਹੋਣਾ ਚਾਹੀਦਾ। ਸਾਨੂੰ ਪਤਾ ਹੋਣਾ ਚਾਹੀਦਾ ਕਿ ਦੁਸ਼ਮਣ ਸਾਡੇ ਉੱਤੇ ਜਿਹੜੇ ਸਾਡੇ ਖਲਨਾਇਕ ਨੇ ਉਹਨਾਂ ਨੂੰ ਨਾਇਕ ਬਣਾ ਕੇ ਥੋਪ ਸਕਦਾ ਤੇ ਜਿਹੜੇ ਸਾਡੇ ਲਈ ਨਾਇਕ ਨੇ ਉਹਨਾਂ ਨੂੰ ਕਹਿ ਸਕਦਾ ਕਿ ਇਹ ਤਾਂ ਖਲਨਾਇਕ ਸੀ। ਸੋ ਸਾਡੇ ਇਸ ਤਰੀਕੇ ਨਾਲ ਕੰਮ ਕਰਨ ਦੀ ਬਹੁਤ ਭਾਰੀ ਲੋੜ ਆ। ਜਿਹੜਾ ਅਸੀਂ TV 84 ਰਾਹੀਂ ਡਾਕਟਰ ਅਮਰਜੀਤ ਸਿੰਘ ਜੀ, ਵੀਰ ਅਮਰਵੀਰ ਸਿੰਘ ਜੀ ਜਾਂ ਹੋਰ ਬਹੁਤ ਸਾਰੇ ਭੈਣ ਭਰਾ ਮਿਹਨਤ ਕਰਦੇ ਆ, ਉਹ ਕੀ ਆ ਮੁੱਖ ਗੱਲ ਤਾਂ ਇਹੀ ਆ ਨਾ ਕਿ ਕੌਮ ਦੇ ਲਈ ਆਉਣ ਵਾਲੇ ਸਾਡੇ ਬੱਚਿਆਂ ਲਈ ਪੁਸ਼ਤਾਂ ਲਈ ਇਹ ਗੱਲ ਦਾ ਅਹਿਸਾਸ ਜਗਾਉਣਾ ਕਿ ਆਪਾਂ ਕੀ ਆ, ਆਪਣਾ ਧਰਮ ਕੀ ਆ, ਆਪਣੇ ਮਸਲੇ ਕੀ ਨੇ, ਆਪਣਾ ਫਲਸਫਾ ਕੀ ਆ। तो ये सारी बहुत एक लड़ाई आ, ये जंग वा। दुश्मन तुहानू भुला देना चाहुंदा ते तुहाडी जिद होनी चाहिदी आ कि असीं याद रखना। ये एक बहुत ही अज दे समय दे विच जंग वर्गी गल, भुला देण दी अते याद रखण दी जिहड़ी लड़ाई है। वो जिहड़ा इंडियन मीडिया उहने बहुत तरीके नाल
ਬਹੁਤ ਸਾਰੀਆਂ ਗੱਲਾਂ ਸਾਨੂੰ ਭੁਲਾਉਣ ਦੀ ਜਿੱਦ ਫੜੀ ਹੋਈ ਆ, ਲੱਗਿਆ ਹੋਇਆ। ਪਰ ਸਾਡੀ ਕੌਮ ਦੇ ਵਿੱਚ ਬਹੁਤ ਸਾਰੇ ਭੈਣ ਭਰਾ ਆਪਦੇ ਫਰਜ਼ ਨਿਭਾ ਰਹੇ ਨੇ। ਡੇਰਾ ਸਰਸਾ ਦਾ ਜਿਹੜਾ ਮੁਖੀ ਵਾਲਾ ਮਸਲਾ ਹੈ, ਉਹ ਮਸਲਾ ਕੋਈ ਨਵਾਂ ਨਹੀਂ। ਚੇਤੇ ਕਰੋ, ਜਦੋਂ ਨਰਕਧਾਰੀ ਗੁਰਬਚਨੇ ਨੂੰ ਇਸੇ ਮੁਲਕ ਦੇ ਅਦਾਲਤੀ ਸਿਸਟਮ ਨੇ ਸਾਫ਼ ਬਰੀ ਕਰਤਾ ਸੀ, ਤੇ ਇਸੇ ਤਰੀਕੇ ਨਾਲ ਹੁਣ ਦੀਆਂ ਸਰਕਾਰਾਂ ਜਿਹੜੀਆਂ ਨੇ ਉਹ ਲੱਗੀਆਂ ਹੋਈਆਂ ਨੇ। ਉਹਨਾਂ ਨੇ ਸਿੱਖੀ ਅਤੇ ਸਿੱਖਾਂ ਦੇ ਉਲਟ ਭੁਗਤਣ ਵਾਲੇ ਹਰ ਬੰਦੇ ਨੂੰ, ਹਰ ਵਰਤਾਰੇ ਨੂੰ, ਹਰ ਪਲੇਟਫਾਰਮ ਨੂੰ ਸਰਪ੍ਰਸਤੀ ਦੇਣੀ ਹੀ ਦੇਣੀ ਹੈ। ਵਕਤੀ ਤੌਰ ਦੇ ਉੱਤੇ ਮਾੜਾ ਮੋਟਾ ਸੁਣਛਣਾ ਖੜਕਾਉਣ ਦੇ ਲਈ ਆਪਾਂ ਨੂੰ ਵੀ ਦੇਖੋ ਜੀ ਦੇਖੋ ਸਜ਼ਾ ਹੋ ਗਈ, ਬੜੇ ਲੋਕ ਪਿੱਟਦੇ ਫਿਰਨਾ, ਉਹ ਦੇਖੋ ਕਮਾਲ ਕਰਤੀ ਓਏ, ਫੂਲ ਕੇ ਉਹਨਾਂ ਨੇ ਸੱਜਣ ਕੁਮਾਰ ਉਹਨਾਂ ਨੂੰ ਬੀਜੇਪੀ ਰਾਹੀਂ ਅੰਦਰ ਕਰਾਤਾ। ਇਹ ਕੱਖ ਨਹੀਂ ਹੈਗੀਆਂ ਗੱਲਾਂ, ਇਹ ਸਾਰੇ ਸ਼ੋਸ਼ੇ ਹੁੰਦੇ ਆ, ਇਹ ਡਰਾਮੇ ਆਪਣੇ ਸਾਹਮਣੇ ਕੀਤੇ ਜਾਂਦੇ। ਜਿਹੜਾ ਸਾਡੀ ਕੌਮ ਦਾ ਸਾਰੇ ਸੰਸਾਰ ਦੇ ਵਿੱਚ ਇਸ ਸਾਰੇ ਹਮਲੇ, ਇਹ ਹਮਲਾ ਸਾਡੀ ਕੌਮ ਦੇ ਉੱਤੇ, ਇਹਦੇ ਬਾਵਜੂਦ ਕੱਦ ਕਰਦਾਰ ਬੁਲੰਦ ਹੋ ਰਿਹਾ, ਇਹ ਤੋਂ ਬੜੇ ਔਖੇ ਅਗਲੇ। ਇੱਥੇ ਇੱਕ ਹੁਸ਼ਿਆਰਪੁਰ ਦੇ ਵਿੱਚ ਸਾਡੇ ਬਾਹਰੋਂ ਆ ਕੇ ਚੋਣ ਲੜ ਰਹੇ ਬੰਦੇ ਦੀ ਚਰਚਾ ਬੜੀ ਹੋ ਰਹੀ, ਔਰ ਇਹ ਜਿਹੜੀ ਚੋਣ ਹੈ ਹੁਸ਼ਿਆਰਪੁਰ ਵਾਲੀ, ਉਹਦੇ ਵਿੱਚ ਜਦੋਂ ਆਊਟਸਾਈਡਰ ਬੰਦੇ ਆ ਕੇ ਚੋਣ ਲੜਨ ਤੇ ਉਹ ਬੇਗਮਪੁਰੇ ਦੀ ਗੱਲ ਕਰਨ ਤੇ ਸਾਰੇ ਜਿਹੜੇ ਲੋਕ ਨੇ ਉਹਨਾਂ ਵੱਲ ਧਿਆਨ ਦੇਣ, ਤੇ ਮੱਲੋ ਮੱਲੀ ਆ ਵੀ ਦੁਸ਼ਮਣ ਇਸ ਗੱਲੋਂ ਬੜਾ ਔਖਾ ਹੋਏਗਾ। ਕਿਉਂਕਿ ਉਹ ਤਾਂ ਕਹਿੰਦੇ ਆ ਕਿ ਸਾਰੇ ਲੋਕਾਂ ਨੂੰ ਅਸੀਂ ਇਹ ਕਹਿਣਾ ਕਿ ਸਿੱਖੀ ਬੜੀ ਮਾੜੀ ਆ, ਸਿੱਖ ਬੜੇ ਭੈੜੇ ਆ, ਪੰਜਾਬ ਕੋਈ ਥਾਂ ਆ ਇੱਥੇ ਤਾਂ ਆਉਣਾ ਹੀ ਨਹੀਂ ਚਾਹੀਦਾ। ਪਰ ਸਰਦਾਰ ਜੀਵਨ ਸਿੰਘ ਬੱਲਾ ਹੁਣ ਉਹ ਸਰਦਾਰ ਬਣ ਗਏ ਆ, ਤੇ ਉਹਨਾਂ ਨੇ IAS ਅਫਸਰ ਹੋ ਕੇ ਜਾਂ ਇਸ ਮੁਲਕ ਦਾ ਬਹੁਤ ਜ਼ਿਆਦਾ ਉਹਨਾਂ ਨੇ ਸਾਰਾ ਦੇਖਿਆ, ਤੇ ਆਖਰ ਉਹਨਾਂ ਨੇ ਸਮਝਿਆ ਕਿ ਮੈਨੂੰ ਸਿੱਖੀ ਧਾਰਨ ਕਰਨੀ ਚਾਹੀਦੀ। ਸੋ ਤਾਮਿਲਨਾਡੂ ਤੋਂ ਆ ਕੇ ਪੰਜਾਬ ਦੇ ਵਿੱਚ ਚੋਣ ਲੜ ਕੇ ਉਹਨੇ ਹੋਰ ਕੁਝ ਚਾਹੇ ਕੀਤਾ ਨਹੀਂ ਕੀਤਾ, ਪਰ ਦੁਨੀਆ ਨੂੰ ਇਹ ਦੱਸ ਦਿੱਤਾ ਕਿ ਜੇਕਰ ਕਿਸੇ ਨੂੰ ਆਪਦੇ ਭਵਿੱਖ ਦੀ ਚਿੰਤਾ ਹੈ ਤਾਂ ਸਿੱਖ ਸੱਜ ਜੋ। ਇਵੇਂ ਹੀ ਇੱਕ ਹੋਰ ਪ੍ਰੋਫੈਸਰ ਇੱਥੇ ਕਿੰਨੇ ਲੰਮੇ ਅਰਸੇ ਤੋਂ ਸਰਗਰਮ ਆ ਕਿ ਪੰਜਾਬੀ ਬੋਲੀ ਨੂੰ ਤੇ ਸਿੱਖ ਸੱਭਿਆਚਾਰ ਨੂੰ ਕਿਵੇਂ ਖਤਰਾ, ਉਹ ਵੀ ਸਾਊਥ ਇੰਡੀਅਨ। ਤੇ ਹੋਰ ਵੀ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਸਾਡੇ ਪ੍ਰਤੀ, ਔਰ ਇਹ ਗੱਲ ਇੱਕ ਬੜਾ ਧਿਆਨ ਮੰਗਦੀ ਗੱਲ ਆ ਕਿ ਕੋਈ ਤਾਮਿਲਨਾਡੂ ਤੋਂ, ਕੋਈ ਉਧਰਲੇ ਦੱਖਣੀ ਭਾਰਤ ਤੋਂ ਹੀ ਆ ਕੇ ਸਾਡੇ ਨਾਲ ਕਿਉਂ ਖੜਦਾ। ਆ ਜਿਹੜੇ ਕਾਓ ਪੱਟੀ ਗਾਂ ਪੱਟੀ ਵਾਲੇ ਜਿਹੜੇ ਹਿੰਦੂ ਨੇ, ਇਹ ਸਾਡੇ ਉੱਤੇ ਕਿਉਂ ਦੁਖੀ ਰਹਿੰਦੇ ਆ, ਇਹ ਆਪਾਂ ਨੂੰ ਸਭ ਨੂੰ ਪਤਾ ਹੈ, ਇਹਦੇ ਵੱਲ ਆਪਾਂ ਜ਼ਿਆਦਾ ਧਿਆਨ ਨਹੀਂ ਦਿੰਦੇ। ਪਰ ਸਰਦਾਰ ਜੀਵਨ ਸਿੰਘ ਜਿਹੜੇ ਕਿ ਤਾਮਿਲਨਾਡੂ ਤੋਂ ਆ ਕੇ ਆਪਦੇ ਹੋਰ ਦਰਾਵੜ ਭਰਾਵਾਂ ਦੇ ਨਾਲ ਸਿੱਖ ਸੱਜ ਕੇ ਬੇਗਮਪੁਰਾ ਵਸਾਉਣ ਦੀਆਂ ਗੱਲਾਂ ਕਰਦੇ ਆ, ਔਰ ਇਹ ਖਾਲਿਸਤਾਨ ਵਰਗੀ ਹੋਈ ਗੱਲ ਆ। ਠੀਕ ਆ, ਕੋਈ ਅੱਖਰ ਸਿੱਖ ਰਾਜ ਵਰਤ ਲੈਂਦਾ, ਕੋਈ ਖਾਲਸਾ ਰਾਜ ਵਰਤ ਲੈਂਦਾ, ਕੋਈ ਆਜ਼ਾਦੀ, ਕੋਈ ਕਹਿੰਦਾ ਬਾਬਾ ਬੰਦਾ ਸਿੰਘ ਬਹਾਦਰ ਦੇ ਸੁਪਨੇ ਸਾਕਾਰ ਕਰਨੇ ਆ, ਕੋਈ ਰਾਜ ਕਰੇਗਾ ਖਾਲਸਾ ਕਹਿ ਕੇ ਸਾਰੀ ਜਾਂਦਾ, ਕੋਈ ਸਿੱਖ ਹੋਮਲੈਂਡ ਕਹੀ ਜਾਂਦਾ, ਕੋਈ ਕਹਿੰਦਾ ਹੈਗਾ ਬਈ ਮੈਂ ਤਾਂ ਜੀ ਜਿਹੜਾ ਵੱਧ ਅਧਿਕਾਰਾਂ ਤੱਕ ਹੀ ਆ, ਕੋਈ ਕਹਿੰਦਾ ਮੈਂ ਸਵੇ ਨਿਰਣੇ ਦੇ ਹੱਕ ਤੱਕ ਆ, ਕੋਈ ਕੁਛ। ਪਰ ਸਾਨੂੰ ਸਾਰਿਆਂ ਨੂੰ ਪਤਾ ਕਿ ਹਰ ਸਿੱਖ ਨੂੰ ਦਿਨੋਂ ਦਿਨ ਇਹ ਗੱਲ ਦੀ ਸਮਝ ਲੱਗਦੀ ਜਾ ਰਹੀ ਹੈ ਕਿ ਭਾਈ ਆਪਣਾ ਜੇ ਧਰਮ, ਬੋਲੀ ਤੇ ਸੱਭਿਆਚਾਰ ਨੂੰ ਬਚਾਉਣਾ ਤਾਂ ਆਪਾਂ ਨੂੰ ਖਾਲਿਸਤਾਨ ਲੈਣਾ ਪਊ, ਆਪਣਾ ਆਪਦਾ ਰਾਜ ਭਾਗ ਸਿਰਜਣਾ ਪਊ। ਇਸ ਮੁਲਕ ਦੇ ਵਿੱਚ ਤਾਂ ਮਹਾਨ ਦੇਸ਼ ਆ ਨਾ, 130 ਕਰੋੜ ਲੋਕਾਂ ਦੇ ਵਿੱਚੋਂ 80 ਕਰੋੜ ਲੋਕ ਆ ਜਿਹੜੇ ਉਹ ਰਾਸ਼ਨ ਸਰਕਾਰ ਤੋਂ ਲੈ ਕੇ ਖਾ ਰਹੇ ਆ, ਤੇ ਇਹਨੂੰ ਕਹਿੰਦੇ ਆ ਜੀ ਇਹ ਵਿਸ਼ਵ ਗੁਰੂ ਬਣ ਗਏ। ਕਮਾਲ ਦੀ ਬਾਤ ਆ, ਇਹਦੀ ਮਹਾਨਤਾ ਦੇਖ ਲਓ। ਕਰੋੜਾਂ ਲੋਕ ਭੁੱਖੇ ਸੌਂਦੇ ਆ ਤੇ ਕਰੋੜਾਂ ਲੋਕਾਂ ਨੂੰ ਸਰਕਾਰ ਕਹਿੰਦੀ ਆ ਕਿ ਅਸੀਂ ਪਾਲ ਰਹੇ ਹਾਂ, ਤੇ ਇਹ ਤਰੱਕੀ ਹੈ ਜੀ ਇਹਨਾਂ ਦੀ। ਖੈਰ, ਸਾਨੂੰ ਇੱਥੇ ਕਈ ਮੱਤਾਂ ਦੇਣ ਬਹਿ ਜਾਂਦੇ ਆ ਕਿ ਜੀ ਖਾਲਿਸਤਾਨ ਦੀ ਬਜਾਏ ਆਪਾਂ ਪੂਰੇ ਹਿੰਦੁਸਤਾਨ ਤੇ ਰਾਜ ਕਰਦੇ ਹਾਂ।
ਦੇਖੋ ਜੀ, ਪ੍ਰਧਾਨ ਮੰਤਰੀ ਉਹਨਾਂ ਨੇ ਬਣਾਤਾ ਪੱਗ ਵਾਲਾ ਸਰਦਾਰ, ਫੌਜਾਂ ਦਾ ਮੁਖੀ ਬਣਾਤਾ, ਹੋਰ ਇਸ ਮੁਲਕ ਦੇ ਵਿੱਚ ਹਰੇਕ ਅਹੁਦੇ ਦੇ ਉੱਤੇ ਸਰਦਾਰ ਲਾ ਕੇ ਉਹਨਾਂ ਨੇ ਕੀਤਾ ਤਾਂ ਬੜਾ, ਤੁਹਾਡੀ ਤਸੱਲੀ ਨਹੀਂ ਹੁੰਦੀ। ਹੁਣ ਇਹਨਾਂ ਨੂੰ ਕੀ ਬੰਦਾ ਕਵੇ ਤੇ ਕੀ ਨਾ ਕਵੇ, ਬਈ ਖਾਲਿਸਤਾਨ ਬਣਾ ਲੈਂਦੇ ਆ, ਮੁਲਕ ਦਾ ਸਿਸਟਮ ਸਾਰਾ ਸਿੱਖ ਜਿਹੜੇ ਆਦਰਸ਼ ਨੇ, ਗੁਰੂ ਸਾਹਿਬਾਨ ਵੱਲੋਂ ਬਖਸ਼ੇ ਹੋਏ ਆਦਰਸ਼ ਨੇ ਜਿਹੜੇ, ਉਹਦੇ ਅਨੁਸਾਰ ਚਲਾ ਲੈਂਦੇ ਆ। ਮੁਲਕ ਦਾ ਸਾਰਾ ਢਾਂਚਾ, ਨਿਜ਼ਾਮ, ਸਿਸਟਮ ਚੱਲੂ ਸਿੱਖ ਨਜ਼ਰੀਏ ਅਨੁਸਾਰ। ਅਸੀਂ ਉੱਥੇ ਜੇ ਕੋਈ ਲਾਇਕ ਹਿੰਦੂ ਹੋਊਗਾ, ਉਹਨੂੰ ਉਹਦਾ ਬਣਦਾ ਉਹਦਾ ਅਸੀਂ ਵੀ ਕਹਿਣ ਜੋਗੇ ਹੋ ਜਾਾਂਗੇ ਵੀ ਆਹ ਦੇਖੋ ਜੀ, ਫਲਾਨੇ ਹਿੰਦੂ ਨੂੰ ਅਸੀਂ ਪ੍ਰਧਾਨ ਮੰਤਰੀ ਬਣਾਇਆ, ਫਲਾਨੇ ਹਿੰਦੂ ਨੂੰ ਰਾਸ਼ਟਰਪਤੀ ਬਣਾਇਆ, ਫਲਾਨੇ ਹਿੰਦੂ ਨੂੰ ਅਸੀਂ ਇਸ ਮੁਲਕ ਦੇ ਵਿੱਚ ਸੁਪਰੀਮ ਕੋਰਟ ਦਾ ਜੱਜ ਬਣਾਇਆ। ਉਹਦੇ ਤਾਂ ਸਾਡੇ ਮੁਲਕ ਦੇ ਸਿਸਟਮ 'ਚ ਵੀ ਮਿਲ ਜਾਣਗੇ, ਦਿੱਤੇ ਵੀ ਨੇ। ਮਹਾਰਾਜਾ ਰਣਜੀਤ ਸਿੰਘ ਦੇ ਰਾਜਕਾਲ ਸਮੇਤ ਸਾਡੀਆਂ 6 ਜਿਹੜੀਆਂ ਰਿਆਸਤਾਂ ਸੀ, ਉਹਨਾਂ ਦਾ ਇਤਿਹਾਸ ਪੜ੍ਹ ਲਓ ਕਦੇ। ਇੱਥੇ ਸਾਡੇ ਪਿੰਡਾਂ 'ਚ ਕਹਿੰਦੇ ਹੁੰਦੇ ਸੀ, ਨਾਨੂ ਮਨ ਦੀਵਾਨ ਦੀਵਾਨੀ ਕਹਿਰ ਦੀ, ਊਧਮ ਸਿੰਘ ਨਾਦਾਨ ਗੱਲ ਨਾ ਠਹਿਰਦੀ। ਉਹ ਇੱਕ ਰਿਆਸਤ ਦਾ ਜ਼ਿਕਰ ਸੀ ਜਿਹਦੇ ਵਿੱਚ ਨਾਨੂ ਮਲ ਨਾਂ ਦਾ ਦੀਵਾਨ ਜਿਹੜਾ ਸੀ, ਉਹਦੀ ਪੁੱਗਦੀ ਹੁੰਦੀ ਸੀ ਸਾਰੀ ਗੱਲ 'ਚ। ਉਹ ਜਿਹੜੇ ਦੀਵਾਨ ਹੁੰਦੇ ਸੀ ਜਾਂ ਹੋਰ ਅਹਿਲਕਾਰ ਹੁੰਦੇ ਸੀ, ਉਹ ਜ਼ਰੂਰੀ ਨਹੀਂ ਸੀ ਵੀ ਸਿੱਖ ਹੀ ਰੱਖਣੇ ਆ। 6 ਰਿਆਸਤਾਂ ਦੇ ਵਿੱਚ ਜਿਹੜਾ ਵੀ ਲਾਇਕ ਬੰਦਾ ਸੀ ਉਸ ਖਿੱਤੇ ਦੇ ਵਿੱਚ, ਉਸ ਰਾਜ ਭਾਗ ਦੇ ਵਿੱਚ, ਇੱਥੋਂ ਤੱਕ ਕਿ ਦੂਜਿਆਂ ਮੁਲਕਾਂ ਤੋਂ ਆਏ ਹੋਏ ਲੋਕਾਂ ਨੂੰ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਲਾਹੌਰ ਦਰਬਾਰ ਦੇ ਵਿੱਚ ਉੱਚ ਪਦਵੀਆਂ ਮਿਲਦੀਆਂ ਰਹੀਆਂ ਨੇ। ਸੋ ਜੇ ਖਾਲਿਸਤਾਨ ਬਣੂਗਾ, ਉਹਦੇ ਵਿੱਚ ਇਹ ਥੋੜੀ ਆ ਕਿ ਸਾਰੇ ਅਹੁਦੇ ਸਿੱਖਾਂ ਨੂੰ ਮਿਲਿਆ ਕਰਨੀ। ਉਹ ਤਾਂ ਸਿਰਫ ਇਹ ਆ ਕਿ ਜਿਵੇਂ ਹਿੰਦੁਸਤਾਨ ਨੇ ਹਿੰਦੂ ਨਜ਼ਰੀਏ ਤੋਂ ਸਾਰਾ ਸਿਸਟਮ ਚਲਾਉਣਾ ਸ਼ੁਰੂ ਕੀਤਾ ਹੋਇਆ, ਜਿਹਦੇ ਕਿਉਂਕਿ ਹਿੰਦੂ ਫਲਸਫਾ ਕਿਸੇ ਹੋਰ ਚੀਜ਼ ਨੂੰ ਬਰਦਾਸ਼ਤ ਹੀ ਨਹੀਂ ਕਰ ਸਕਦਾ। ਸਿੱਖ ਇਜ਼ਮ ਸਭ ਤੋਂ ਵੱਧ ਦੂਜਿਆਂ ਦਾ ਆਦਰ ਸਤਿਕਾਰ ਕਰਨਾ, ਹਰੇਕ ਨੂੰ ਇਹ ਕਹਿਣਾ ਕਿ ਆਪੋ ਆਪਦੇ ਧਰਮ 'ਚ ਪਰਪੱਕ ਰਹੋ। ਸਿੱਖ ਕਿਸੇ ਦਾ ਧਰਮ ਨਾ ਖੋਹਦਾ ਹੈ, ਨਾ ਕਿਸੇ ਦੇ ਧਰਮ ਸਥਾਨ ਨੂੰ ਢਾਉਂਦਾ। ਸਾਡੇ ਇਤਿਹਾਸ ਦੇ ਵਿੱਚ ਆ ਬਾਬਾ ਬੰਦਾ ਸਿੰਘ ਬਹਾਦਰ ਵੇਲੇ ਜਾਂ 6 ਰਿਆਸਤਾਂ ਦਾ ਜਦੋਂ ਰਾਜ ਭਾਗ ਰਿਹਾ, ਉਹ ਇਹ ਜਿਹੜਾ ਹੋਣ ਵਾਲਾ ਸਾਰਾ ਭੈੜਾ ਮਾੜਾ ਕਰਪਟ ਸਿਸਟਮ ਆ, ਇਹਦੇ ਬਿਲਕੁਲ ਉਲਟ ਖਾਲਿਸਤਾਨ ਦਾ ਸਿਸਟਮ ਮਨੁੱਖਤਾ ਲਈ ਸਰਬੱਤ ਦੇ ਭਲੇ ਵਾਲਾ ਹੋਊਗਾ। ਸਾਰੇ ਸੰਸਾਰ ਦੇ ਵਿੱਚ ਜਿਹੜਾ ਦੁਖੀ ਬੰਦਾ ਐਵੇਂ ਨਹੀਂ ਸਿੱਖੀ ਵੱਲ ਨੂੰ ਭੱਜਦਾ, ਕੋਈ ਗੱਲ ਹੈ। ਉਹ ਇਹ ਜਿਹੜਾ ਖਾਲਿਸਤਾਨ ਬਣੂਗਾ, ਉਹਦੇ ਵਿੱਚ ਵੀ ਅਸੀਂ ਵੀ ਭਾਈ ਬਣਾ ਦਿਆਂਗੇ ਜੇ ਕੋਈ ਲਾਇਕ ਹੋਏਗਾ। ਇਹ ਤਾਂ ਨਹੀਂ ਵੀ ਦਿਖਾਉਣ ਲਈ, ਉਹ ਅਸੀਂ ਜਿੱਥੇ ਹੋ ਸਾਡੀ ਗੱਲ ਕਰ ਲਾਂਗੇ। ਪਰ ਖੈਰ ਗੱਲ ਮੋਟੇ ਤੌਰ ਤੇ ਇਹ ਆ ਕਿ ਦਿਨੋਂ ਦਿਨ ਲੋਕਾਂ ਨੂੰ ਇਹ ਸਮਝ ਲੱਗਦੀ ਜਾ ਰਹੀ ਆ ਕਿ ਸਿੱਖਾਂ ਦਾ ਆਪਦਾ ਰਾਜ ਭਾਗ ਹੋਣਾ ਅਤ ਜ਼ਰੂਰੀ ਹੈ। ਦੂਜੇ ਪਾਸੇ ਹੁਣ ਇੰਡੀਅਨ ਸਟੇਟ ਸਿਸਟਮ ਨੂੰ ਵੀ ਸਮਝ ਲੱਗਦੀ ਜਾ ਰਹੀ ਹੈ ਕਿ ਖਾਲਿਸਤਾਨ ਬਣਤਾ ਜਾਣਾ, ਪਰ ਬਣਨ ਤੋਂ ਪਹਿਲਾਂ ਜਿੰਨੇ ਕੁ ਰਾਹ 'ਚ ਰੋੜੇ ਅਟਕਾਏ ਜਾ ਸਕਦੇ ਆ, ਜਾਂ ਜਦੋਂ ਇਹ ਬਣੇ ਤਾਂ ਇਹਨਾਂ ਨੂੰ ਘੱਟੋ ਘੱਟ 25-30 ਸਾਲ ਪਹਿਲਾਂ ਵਾਲੇ ਮਸਲੇ ਹੱਲ ਕਰਨ 'ਚ ਹੀ ਲੱਗ ਜਾਣ। ਇਸ ਤਰੀਕੇ ਦੀ ਸੋਚ ਤਹਿਤ ਬੜੇ ਕੰਜਰਖਾਨੇ ਕੀਤੇ ਜਾ ਰਹੇ ਨੇ। ਅੱਜ ਜਿਵੇਂ ਹੁਣ ਕੈਨੇਡਾ ਦੇ ਵਿੱਚ ਪਹਿਲਾਂ ਜਥੇਦਾਰ ਨਿੱਜਰ ਸਾਹਿਬ ਦਾ ਕਤਲ ਕੀਤਾ, ਹੁਣ ਉੱਥੇ ਚਰਚਾ ਇਹ ਛਿੜੀ ਹੋਈ ਆ ਕਿ RCMP ਨੇ ਸਰਦਾਰ ਰਪਦਮਨ ਸਿੰਘ ਮਲਕ ਦੇ ਪੁੱਤਰ ਨੂੰ, ਜਿਹੜਾ ਸਰਦਾਰ ਹਰਦੀਪ ਸਿੰਘ ਮਲਕ ਉਹਦਾ ਨਾਮ, ਉਹਨੂੰ ਵੀ ਚੇਤਾਵਨੀ ਦਿੱਤੀ ਆ ਕਿ ਤੇਰੇ ਤੇ ਵੀ ਕੋਈ ਹਮਲਾ ਹੋ ਸਕਦਾ। ਹੁਣ ਇੱਕ ਗੱਲ ਇਹਦੇ ਵਿੱਚ ਇਹ ਹੈ ਕਿ ਕਨਿਸ਼ਕ ਜਹਾਜ਼ ਕਾਂਡ ਦੇ ਨਾਲ ਸਰਦਾਰ ਰਪਦਮਨ ਸਿੰਘ ਮਲਕ ਦਾ ਨਾਮ ਜੁੜਿਆ ਤੇ ਬਾਅਦ ਵਿੱਚ ਉਸ ਕੇਸ ਤੋਂ ਫਾਰਗ ਹੋਣ ਉਪਰੰਤ ਇੱਕ ਵੇਲਾ ਉਹ ਵੀ ਆਇਆ ਜਦੋਂ ਸਿੱਖਾਂ ਨੂੰ ਬੜਾ ਇਹਨਾਂ ਤੇ ਇਤਰਾਜ਼ ਸੀ, ਗੁੱਸਾ ਸੀ, ਹੋਣਾ ਚਾਹੀਦਾ ਸੀ, ਪਰ ਇਹਨਾਂ ਨੇ ਮੋਦੀ ਸਾਹਿਬ ਦੀ ਜੈ ਜੈਕਾਰ ਵੀ ਕੀਤੀ। ਪਰ ਜਾਪਦਾ ਇਹ ਆ ਕਿ ਕੋਈ ਵੱਡੀ ਗੱਲ ਇਹਨਾਂ ਦੇ ਰਾਹੀਂ ਇੰਡੀਅਨ ਸਟੇਟ ਸਿਸਟਮ ਕਰਵਾਉਣੀ ਚਾਹੁੰਦਾ ਹੋਣਾ, ਜਿਸ ਤੋਂ ਇਹਨਾਂ ਦੇ ਨਹੀਂ ਸਹਿਮਤੀ ਬਣੀ। ਅਖੀਰ ਇਸ ਮਾਹੌਲ ਦੇ ਵਿੱਚ ਭਾਈ ਰਪਦਮਨ ਸਿੰਘ ਮਲਕ ਦਾ ਕਤਲ ਜਿਹੜਾ ਸੀ ਕੈਨੇਡਾ ਦੇ ਵਿੱਚ ਹੋ ਗਿਆ ਤੇ ਹੁਣ ਏਜੰਸੀ ਜਿਹੜੀ ਕੈਨੇਡਾ ਦੀ ਹੈ ਉਹ ਇਹਦੀ ਜਾਂਚ ਕਰ ਰਹੀ ਆ ਕਿ ਕੀ ਇਸ ਕਤਲ ਦੇ ਨਾਲ ਵੀ ਇੰਡੀਅਨ ਸਿਸਟਮ ਜੁੜਦਾ, ਕਿਉਂਕਿ ਜਿਸ ਤਰੀਕੇ ਦੀ ਗੱਲ ਪਹਿਲਾਂ ਜਥੇਦਾਰ ਨਿੱਜਰ ਦੇ ਕਤਲ 'ਚ ਹੋਈ ਆਪਾਂ ਨੂੰ ਪਤਾ ਹੈ। ਪਰ ਆਹ ਜਿਹੜੀ ਗੱਲ ਹੁਣ ਆਈ ਆ ਕਿ ਜਿਹੜਾ ਭਾਈ ਰਪਦਮਨ ਸਿੰਘ ਮਲਕ ਦਾ ਬੇਟਾ, ਉਹਨੂੰ ਵੀ ਥ੍ਰੈਟ ਆ, ਇਸ ਗੱਲ ਦੇ ਨਾਲ ਆਪਾਂ ਸਮਝੋ ਕਿ ਸਾਰੇ ਸੰਸਾਰ ਦੇ ਵਿੱਚ ਜਿਹੜੇ ਵੀ ਪੰਥਕ ਜਾਂ ਕੌਮ ਪ੍ਰਸਤ ਬੰਦੇ ਆ, ਉਹਨਾਂ ਸਾਰਿਆਂ ਦੇ ਕਤਲ ਕਰਾਉਣ ਦੇ ਲਈ
ਇੰਡੀਅਨ ਸਟੇਟ ਸਿਸਟਮ ਪੂਰਾ ਬੇਕਿਰਕ ਤੇ ਬੇਰਹਿਮ ਹੋ ਕੇ ਵੀ ਹਾਏ ਖਾਲਿਸਤਾਨ ਬਣ ਜਾਣਾ ਵੀ ਹੈ ਰੁਕ ਜੂ। ਇਹੋ ਜਿਹੀਆਂ ਗੱਲਾਂ ਨਾਲ ਤਾਂ ਜਿਹੜੇ ਲੋਕ ਮਾੜਾ ਮੋਟਾ ਉਹਨਾਂ ਨੂੰ ਵੀ ਆਊਗਾ ਵੀ ਇਹ ਤੋਂ ਬਗੈਰ ਗੁਜ਼ਾਰਾ ਨਹੀਂ। ਖੈਰ, ਜਥੇਦਾਰ ਭਾਈ ਮਹਿੰਗਾ ਸਿੰਘ ਬੱਬਰ ਜਿਹੜੇ ਕਿ ਜੂਨ 1984 ਦੇ ਸਭ ਤੋਂ ਪਹਿਲੇ ਸ਼ਹੀਦ ਆ, 1 ਜੂਨ ਨੂੰ ਸ਼ਹੀਦੀ ਹੋਈ ਸੀ ਉਹਨਾਂ ਦਾ 40ਵਾਂ ਸ਼ਹੀਦੀ ਦਿਹਾੜਾ 2 ਜੂਨ ਨੂੰ ਬਾਬਾ ਅਟਲ ਰਾਏ ਗੁਰਦੁਆਰਾ ਸਾਹਿਬ ਜਿਹੜਾ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਸਰਾਵਾਂ ਵਾਲੇ ਪਾਸੇ ਆ, ਉੱਥੇ 40ਵੀਂ ਵਰ੍ਹੇਗੰਢ ਜਿਹੜੀ ਉਹਨਾਂ ਦੀ ਸ਼ਹੀਦੀ ਦੀ ਆ ਉਹ ਮਨਾਈ ਜਾਣੀ ਆ, ਜਿਹਦੇ ਇੰਤਜ਼ਾਮ ਜਿਹਦੇ ਪ੍ਰਬੰਧਾਂ ਲਈ ਸਿੱਖ ਜਥੇਬੰਦੀਆਂ ਵੱਲੋਂ ਬੜਾ ਸੋਹਣਾ ਉਪਰਾਲਾ ਕੀਤਾ ਜਾ ਰਿਹਾ। ਤੇ ਇਸ ਸਮੇਂ ਇੱਥੇ ਅੰਮ੍ਰਿਤਸਰ ਦੇ ਵਿੱਚ ਜਿੱਥੇ ਸਾਡੇ ਸਾਰੇ ਭਾਈਚਾਰੇ ਨੂੰ ਬੁਖਾਰ ਚੜਿਆ ਹੋਇਆ, ਵੋਟਾਂ ਆ ਗਈਆਂ ਓਏ ਭੱਜ ਲਓ ਏ ਜਾਵੇ ਨਾ ਸੁੱਕਾ ਨਾ ਨਿਕਲ ਜੇ ਫਲਾਣ ਢੀਂਗ, ਉੱਥੇ ਸਾਡੇ ਪੰਥ ਨੂੰ ਕੌਮ ਨੂੰ ਪਿਆਰ ਕਰਨ ਵਾਲੇ ਆਪਦੇ ਫਰਜ਼ਾਂ ਨੂੰ ਚੇਤੇ ਕਰ ਰਹੇ ਨੇ। 5 ਨਵੰਬਰ ਨੂੰ ਮਾਫ ਕਰਨਾ 5 ਜੂਨ ਨੂੰ ਜੈਨੋਸਾਈਡ ਰਿਮੰਬਰਸ ਮਾਰਚ ਜਾਣੀ ਕਿ ਘੱਲੂਘਾਰਾ ਯਾਦਗਾਰੀ ਮਾਰਚ ਜਿਹੜਾ ਹੈ ਅੰਮ੍ਰਿਤਸਰ ਦੇ ਵਿੱਚ ਫੇਰ ਹੋਣਾ, ਜਿਹਦੇ ਵਿੱਚ ਪੰਥ ਦੀ ਪੀੜ ਨੂੰ ਤੇ ਕੌਮ ਦੇ ਪ੍ਰਤੀ ਜਿਹੜੀ ਜ਼ਿੰਮੇਵਾਰੀ ਆ ਕਿ ਖਾਲਿਸਤਾਨ ਤੋਂ ਬਗੈਰ ਗੁਜ਼ਾਰਾ ਨਹੀਂ, ਇਹ ਹੋਕਾ ਦੇਣ ਦਾ ਫੇਰ ਅਗਲੇ ਫਰਜ਼ ਨਿਭਾਉਣਗੇ ਇਸ ਵਾਰੀ 5 ਜੂਨ ਨੂੰ। ਤੇ ਇੱਕ ਗੱਲ ਇਸ ਮੌਕੇ ਜਿਹੜੇ ਸਿੱਖਾਂ ਨੂੰ ਇਹ ਦਰਦ ਵਾ, ਇਹ ਪੀੜ ਆ ਸਾਰੇ ਸੰਸਾਰ ਵਿੱਚ, ਮੈਂ ਸਾਰਿਆਂ ਦੇ ਪ੍ਰੋਗਰਾਮ ਸੁਣਦਾ, ਸਾਰਿਆਂ ਦੇ ਵਿਚਾਰ ਖਿਆਲ ਸੁਣੀਦੇ ਆ, ਬੜੀ ਖਹਿਜ ਆ ਸਾਡੇ ਭਰਾਵਾਂ ਨੂੰ, ਬੜਾ ਦੁੱਖ ਵਾ ਔਰ ਹੋਣਾ ਵੀ ਚਾਹੀਦਾ ਕਿ ਭਾਰਤ ਦੀਆਂ ਚੋਣਾਂ ਦੇ ਵਿੱਚ ਤੁਸੀਂ ਸਾਰੇ ਇੰਡੀਅਨ ਚੋਣਾਂ 'ਚ ਹਿੱਸਾ ਲੈ ਰਹੇ ਆ, ਲੈਣਾ ਚਾਹੀਦਾ ਲਓ, ਪਰ ਜਿਹੜੇ ਆਪਦੇ ਆਪ ਨੂੰ ਪੰਥਕ ਤੇ ਕੌਮੀ ਦਰਦ ਨਾਲ ਬਿੰਨਿਆ ਹੋਇਆ ਦੱਸਦੇ ਹੁੰਦੇ ਆ, ਜਿਨ੍ਹਾਂ ਨੂੰ ਇਹਨਾਂ ਦਿਨਾਂ 'ਚ ਹੈਗਾ ਕਿ ਫਲਾਨੀ ਸੀਟ ਦੇ ਉੱਤੇ ਚੱਲੋ ਬਈ, ਫਲਾਨੀ ਸੀਟ ਤੇ ਟਰੈਕਟਰ ਰੈਲੀ, ਫਲਾਨੀ ਸੀਟ ਤੇ ਕਾਰ ਰੈਲੀ, ਉਹਨਾਂ ਨੂੰ ਦੇਖਾਂਗੇ ਐਤਕੀ ਵੀ ਆਪੋ ਆਪਦੇ ਬੰਦਿਆਂ ਦੇ ਪ੍ਰਤੀ ਤਾਂ ਤੁਸੀਂ ਬੜਾ ਚੌੜ ਚਾਨਣ ਕਰ ਰਹੇ ਹੋ। ਤੇ 6 ਜੂਨ ਨੂੰ ਇੰਨਾ ਕੁ ਇਕੱਠ ਕਿਤੇ ਦਰਬਾਰ ਸਾਹਿਬ 'ਚ ਵੀ ਕਰਕੇ ਦਿਖਾ ਦਿਓ। ਦਰਬਾਰ ਸਾਹਿਬ ਦੇ ਵਿੱਚ ਨਹੀਂ ਆਉਣਾ, ਦਰਬਾਰ ਸਾਹਿਬ ਦੇ ਵਿੱਚ ਇਹਨਾਂ ਨੂੰ ਡਰ ਲੱਗਦਾ, ਖਾਲਿਸਤਾਨ ਦੀ ਗੱਲ ਤੋਂ ਡਰ ਲੱਗਦਾ। ਤੇ ਚੰਗਾ ਕੀ ਲੱਗਦਾ, ਹਾਂਜੀ ਅਸੀਂ ਹੈ ਤਾਂ ਜੀ ਤੁਹਾਡੇ ਨਾਲ ਹੀ ਆ, ਹੈ ਤਾਂ ਜੀ ਅਸੀਂ ਵੀ ਕੌਮੀ ਦਰਦ ਰੱਖਦੇ ਆ, ਪਰ ਜੀ ਆਪਾਂ ਐਤਕੀ ਚੋਣਾਂ ਕਰਕੇ ਨਾ ਖਾਲਿਸਤਾਨ ਨਹੀਂ ਕਹਿਣਾ। ਖੈਰ, ਖਾਲਿਸਤਾਨ 2-4 ਦਿਨ ਬਾਅਦ ਕਹਿ ਲਿਓ, ਵੋਟਾਂ ਤੋਂ ਬਾਅਦ ਕਹਿ ਲਿਓ, ਪਰ ਕਹਿ ਜ਼ਰੂਰ ਦਿਓ, ਅਸੀਂ ਤੁਹਾਡਾ ਫੇਰ ਵੀ ਧੰਨਵਾਦ ਕਰਾਂਗੇ ਜੇ ਤੁਹਾਡਾ ਕੁਝ ਬਣ ਜੇ। ਪਰ ਸਾਨੂੰ ਇਸ ਗੱਲ ਦੀ ਪੂਰੀ ਗਰੰਟੀ ਆ ਕਿ ਜਿਹੜੇ ਕੂਚ ਚੱਕੀ ਫਿਰਦੇ ਆ ਨਾ MP MLA ਬਣ ਲਈ, ਇਹ ਸਾਡੇ ਕੌਮ ਦਾ ਜਿਹੜਾ ਜੰਜੀਰਾਂ ਨੇ ਗੁਲਾਮੀ ਦੀਆਂ ਉਹ ਪੱਕੀਆਂ ਪੁੱਕੀਆਂ ਕਰਨ ਵਿੱਚ ਤਾਂ ਕੋਈ ਇਹ ਗੱਲ ਜਾ ਸਕਦੀ ਆ। ਆਪਣੇ ਆਪ ਨੂੰ ਧਰਵਾਸ ਦੇਣ ਲਈ ਤੇ ਪੰਥਕ ਸੋਚ ਦੇ ਸੱਚ ਨੂੰ, ਕਿਉਂਕਿ ਸੱਚ ਤਾਂ ਇਹ ਆ ਕੁਝ ਬਣਨਾ ਨਹੀਂ, ਤੇ ਇਹ ਝੂਠ ਬਣਾਉਣ ਦੇ ਲਈ ਕਿ ਨਹੀਂ ਜੀ ਬੜਾ ਕੁਝ ਨਿਕਲ ਆਉਂਦਾ ਹੁੰਦਾ, ਮਸਲੇ ਹੱਲ ਹੋ ਜਾਂਦੇ ਹੁੰਦੇ ਆ, ਇਹ ਜਿਹੜਾ ਡਰਾਮਾ ਕਰਦਾ ਇਹ ਕਰੀ ਜਾਣ ਦਿਓ। ਸੱਚਾਈ ਇਹ ਆ ਕਿ ਇਹ ਜਿਹੜਾ ਭਾਰਤੀ ਚੋਣ ਪ੍ਰਕਿਰਿਆ ਦਾ ਇੱਕ ਤਮਾਸ਼ਾ ਹੈ, ਉਹਦੇ ਵਿੱਚ ਜਿਹਦਾ ਜੀ ਕਰਦਾ ਹੋ ਸਕਦਾ ਕੱਲ ਕਲਾ ਨੂੰ ਕੋਈ ਹੋਰ ਵੀ ਇਹੋ ਜਿਹੀ ਖੇਡ ਚੱਲੇ। ਪਰ ਸਾਨੂੰ ਦੁੱਖ ਬੜਾ ਕਿ ਜਿਨ੍ਹਾਂ ਪਰਿਵਾਰਾਂ ਨੇ ਇਹੋ ਜਿਹੇ ਪੁੱਤ ਜੰਮੇ, ਇਹੋ ਜਿਹੇ ਬੰਦੇ ਜੰਮੇ, ਜਿਨ੍ਹਾਂ ਨੇ ਇੰਡੀਅਨ ਸਟੇਟ ਦੇ ਨਾਸਾਂ 'ਚ ਧੂੰਆਂ ਲਿਆਂਦਾ ਸੀ, ਅੱਜ ਉਹਨਾਂ ਨੂੰ ਆਪਣੇ ਆਪ ਨੂੰ ਦਿਖਾਉਣ ਲਈ, ਜਣਾਉਣ ਲਈ ਇਸ ਸਿਸਟਮ ਦਾ, ਇਸ ਤਮਾਸ਼ੇ ਦਾ ਹਿੱਸਾ ਬਣਨਾ ਪੈ ਰਿਹਾ। ਖੈਰ, ਕਦੇ ਨਾ ਕਦੇ ਵਕਤ ਆਏਗਾ, ਉਹ ਵੇਲਾ ਤਾਂ ਆਏਗਾ ਹੀ ਜਦੋਂ UN ਦੇ ਵਿੱਚ ਹੋਰਨਾਂ ਮੁਲਕਾਂ ਦੇ ਝੰਡਿਆਂ ਦੇ ਵਿਚਾਲੇ ਸਾਡਾ ਖਾਲਿਸਤਾਨ ਦਾ ਝੰਡਾ ਵੀ ਝੂਲੂਗਾ। ਉਸ ਦਿਨ ਦੀ ਉਡੀਕ ਵਿੱਚ ਤੇ ਆਸ ਵਿੱਚ ਇੱਥੇ ਹੀ ਫਤਿਹ ਅਰਜ ਕਰਦੇ ਆ ਜੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।